ਗੁਰੂ ਨਾਨਕ ਜਿਹੜੇ ਆ ਉਹਨਾਂ ਨੂੰ ਏਕੇ ਦੀ ਸੋਝੀ ਕਿਉਂਕਿ ਉਹ ਆਪ ਏਕਾ ਹੋ ਗਏ। ਜਦੋਂ ਉਹ ਏਕਾ ਹੈ ਤਾਂ ਹੀ ਤਾਂ ਭਾਈ ਗੁਰਦਾਸ ਉਹਨਾਂ ਨੂੰ ਕਹਿੰਦੇ ਆ ਨਾ, ਆਪ ਨਾਰਾਇਣ ਕਲਾ ਧਾਰ ਇਸ ਜਗ ਮੇ ਪਰਵਰਿਓ। ਜਦੋਂ ਉਹ ਏਕਾ ਹੈ ਤਾਂ ਉਹਨਾਂ ਦੇ ਵਿੱਚੋਂ ਰਾਗ ਨਿਕਲਦੇ ਨੇ, 19 ਰਾਗ, ਜਿਨ੍ਹਾਂ ਦੇ ਵਿੱਚ ਉਹਨਾਂ ਆਪਣੀ ਜਿਹੜੀ ਬਾਣੀ ਹੈ ਉਹ ਬਕਾਇਦਾ ਦਰਜ ਕਰਦੇ ਨੇ। ਜਦੋਂ ਤੁਸੀਂ ਏਕੇ ਦੀ ਗੱਲ ਨੂੰ ਸਮਝ ਜਾਓਗੇ ਤੇ ਏਕੇ ਦੇ ਵਿੱਚੋਂ ਨਿਕਲਦੀਆਂ ਧੁਨਾਂ ਨੂੰ ਸਮਝ ਜਾਓਗੇ, ਤੁਹਾਨੂੰ ਇਹ ਸਮਝ ਲੱਗ ਜਾਊਗੀ ਕਿ ਗੁਰਬਾਣੀ ਦੇ ਕੀਰਤਨ ਦੇ ਵਾਸਤੇ ਤੰਤੀ ਸਾਜ਼ਾਂ ਦਾ ਮਹੱਤਵ ਕੀ ਹੈ। ਪੂਰਾ ਬ੍ਰਹਿਮੰਡ ਇੱਕ ਸਾਜ਼ ਦੇ ਉੱਪਰ ਨੱਚ ਰਿਹਾ ਹੈ। ਜਦੋਂ ਪੂਰੇ ਬ੍ਰਹਿਮੰਡ ਦੇ ਵਿੱਚ ਇੱਕੋ ਹੀ ਸਾਜ਼ ਗੂੰਜ ਰਿਹਾ ਔਰ ਉਸ ਸਾਜ਼ ਦੇ ਵਿੱਚੋਂ ਅੱਗੇ ਕ੍ਰੀਏਸ਼ਨਸ ਹੋ ਰਹੀਆਂ, ਤਾਂ ਜਦੋਂ ਤੁਸੀਂ ਤੰਤੀ ਸਾਜ਼ ਜਿਹੜੇ ਨੇ ਉਹਨਾਂ ਦੇ ਨਾਲ ਜਿਹੜਾ ਕਥਾ ਕੀਰਤਨ, ਕਿਉਂਕਿ ਗੁਰਬਾਣੀ ਜਿਹੜੀ ਉਹ ਨਿਰਧਾਰਿਤ ਰਾਗਾਂ ਦੇ ਵਿੱਚ ਦਰਜ ਹੈ, ਤੁਸੀਂ ਉਹਨਾਂ ਦੇ ਨਾਲ ਕਰੋਗੇ, ਤੁਹਾਡੀ ਆਤਮਾ ਦਾ ਜੋੜ ਕਰਾਉਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਦਾਰੇ ਖਾਲਸਾ ਦੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਮੈਂ ਪਿਛਲੇ ਐਪੀਸੋਡ ਦੇ ਵਿੱਚ ਜਿਹੜੀ ਆਪਾਂ ਸ਼ੁਰੂਆਤ ਕੀਤੀ ਸੀਗੀ, ਐਕਚੁਅਲੀ ਗੱਲ ਸ਼ੁਰੂ ਹੋਈ ਸੀਗੀ ਅਰਦਾਸ ਸਮਝਣ ਦੀ, ਅਤੇ ਅਰਦਾਸ ਦੇ ਪਹਿਲੇ ਹੀ ਅੱਖਰ ਨੂੰ ਜਦੋਂ ਅਸੀਂ ਸਮਝਣ ਦੀ ਕੋਸ਼ਿਸ਼ ਕੀਤੀ, ਇੱਕ ਓਂਕਾਰ, ਤਾਂ ਉਹਦੇ ਵਿੱਚ ਬਹੁਤ ਕੁਛ ਸਾਨੂੰ ਦੇਖਣ ਨੂੰ ਮਿਲਿਆ, ਬਹੁਤ ਕੁਛ ਨਿਕਲਿਆ। ਪਿਛਲੇ ਜਿਹੜਾ ਐਪੀਸੋਡ ਸੀਗਾ ਉਹਦੇ ਵਿੱਚ ਮੈਂ ਤੁਹਾਡੇ ਨਾਲ ਇੱਕ ਓਂਕਾਰ ਨੂੰ ਸਮਝਣ ਦੀ ਥੋੜ੍ਹਾ ਜਿਹਾ ਯਤਨ ਕੀਤਾ ਸੀਗਾ ਤੁਹਾਡੇ ਨਾਲ ਮਿਲ ਕੇ। ਤਾਂ ਆਪਾਂ ਪਿਛਲੇ ਐਪੀਸੋਡ ਤੱਕ ਸਿਰਫ ਏਕੇ ਨੂੰ ਹੀ ਸਮਝ ਸਕੇ ਸੀਗੇ ਕਿ ਜਿਹੜਾ ਇੱਕ ਲਿਖਿਆ ਆ ਉਹ ਇੱਕ ਕੀ ਆ, ਉਹਨੂੰ ਵਰਡ ਵਿੱਚ ਕਿਉਂ ਨਹੀਂ ਲਿਖਿਆ ਗਿਆ, ਉਹਨੂੰ ਇੱਕ ਨੰਬਰ ਦੇ ਫਾਰਮ ਦੇ ਵਿੱਚ, ਇੱਕ ਨਿਊਮਰਲ ਦੇ ਫਾਰਮ 'ਚ ਕਿਉਂ ਲਿਖਿਆ ਗਿਆ। ਇਹ ਮੈਂ ਤੁਹਾਡੇ ਨਾਲ ਪਿਛਲੀ ਵਾਰੀ ਗੱਲ ਕੀਤੀ ਸੀਗੀ। ਇਸ ਐਪੀਸੋਡ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਪਿਛਲੇ ਐਪੀਸੋਡ ਦਾ ਥੋੜ੍ਹਾ ਜਿਹਾ ਰੀਕੈਪ ਦੇ ਦੇਣਾ ਚਾਹੁੰਦੀ ਹਾਂ, ਕਿਉਂਕਿ ਉਹ ਜ਼ਰੂਰੀ ਇਸ ਲਈ ਆ ਕਿਉਂਕਿ ਜਿਨ੍ਹਾਂ ਨੇ ਪਿਛਲਾ ਐਪੀਸੋਡ ਮਿਸ ਕਰ ਦਿੱਤਾ ਉਹਨਾਂ ਵਾਸਤੇ, ਜਾਂ ਜਿਹੜੇ ਹੁਣ ਨਵਾਂ ਜੁੜ ਰਹੇ ਨੇ ਉਹਨਾਂ ਲਈ, ਜਦੋਂ ਅਸੀਂ ਇੱਕ ਓਂਕਾਰ ਦੀ ਗੱਲ ਕਰਾਂਗੇ ਨਾ, ਤਾਂ ਸਾਨੂੰ ਇੱਕ ਓਂਕਾਰ ਸਮਝਣ ਲਈ ਇੱਕ ਨੂੰ ਸਮਝਣ ਦੀ ਬਹੁਤ ਇੰਪੋਰਟੈਂਟ ਆ ਸਾਡੇ ਲਈ। ਸੋ ਇਸ ਕਰਕੇ ਮੈਂ ਰੀਕੈਪ ਦਊਂਗੀ ਬੜੇ ਬਰੀਫ ਦੇ ਵਿੱਚ। ਮੈਂ ਜਿਹੜੇ 4 ਨੁਕਤੇ ਪਿਛਲੀ ਵਾਰੀ ਮੈਂ ਡਿਟੇਲ 'ਚ ਸਾਂਝੇ ਕੀਤੇ ਸੀਗੇ, ਉਹਨਾਂ ਨੂੰ ਬੜੇ ਬਰੀਫ ਦੇ ਵਿੱਚ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੂੰਗੀ। ਜੇ ਤੁਸੀਂ ਪੂਰਾ ਡਿਟੇਲ ਦੇ ਵਿੱਚ ਜਾਣਨਾ ਹੋਵੇ ਤਾਂ ਤੁਸੀਂ ਬਕਾਇਦਾ ਜਿਹੜਾ ਅਕਾਲ ਚੈਨਲ ਦੇ YouTube ਚੈਨਲ ਦੇ ਉੱਪਰ ਜਿਹੜਾ ਪਲੇਲਿਸਟ ਹੈਗੀ, ਉਹਨਾਂ ਦੇ ਪਲੇਲਿਸਟ ਵਿੱਚ ਕਿਰਦਾਰੇ ਖਾਲਸਾ ਦੇ ਸਾਰੇ ਐਪੀਸੋਡ ਨੇ, ਤੁਸੀਂ ਉਹਨਾਂ ਵਿੱਚੋਂ ਕੱਢ ਕੇ ਦੇਖ ਸਕਦੇ ਹੋ ਕਿ ਮੈਂ ਪਿਛਲੀ ਵਾਰੀ ਜਿਹੜਾ ਇੱਕ ਹੈ ਉਹਨੂੰ ਡਿਟੇਲ 'ਚ ਆਪਾਂ ਕਿੱਦਾਂ ਗੱਲ ਕੀਤੀ ਸੀਗੀ। ਅੱਜ ਮੈਂ ਸਿਰਫ ਉਹਨਾਂ ਦੇ ਉਹ ਜਿਹੜੇ 4 ਨੁਕਤੇ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਸੀ, ਉਹਨਾਂ ਦੀ ਇੱਕ ਬਰੀਫ ਆਊਟਲਾਈਨਿੰਗ ਕਰੂੰਗੀ ਸੋ ਦੈਟ ਕਿ ਆਪਾਂ ਓਂਕਾਰ ਵੱਲ ਚੱਲ ਸਕੀਏ। ਮੈਂ 4 ਚੀਜ਼ਾਂ ਦੇ ਉੱਤੇ ਗੱਲ ਕੀਤੀ ਸੀ। ਪਹਿਲੀ ਸੀਗੀ ਕਿ ਜਿਹੜਾ ਏਕਾ ਹੈ ਨਾ, ਉਹ ਨੋਨ ਐਗਜ਼ਿਸਟੈਂਸ ਤੋਂ ਐਗਜ਼ਿਸਟੈਂਸ ਵੱਲ ਆਉਣ ਦਾ ਪਹਿਲਾ ਜਿਹੜਾ ਪ੍ਰਮਾਣ ਹੈ, ਜਾਂ ਕਹਿ ਲਓ ਪਹਿਲਾ ਸਟੈਪ ਹੈ। ਜਦੋਂ ਕੁਛ ਨਹੀਂ ਸੀ, ਉਹ ਇੱਕ ਜਿਹੜਾ ਅਨਹਦ ਨਾਦ ਹੈ, ਇੱਕ ਜਿਹੜਾ ਜਿਹਨੂੰ ਆਪਾਂ ਕਹਿ ਲਈਏ ਕਿ ਜਿਹੜਾ ਮਿਊਜ਼ਿਕ ਹੈ, ਜਿਹੜਾ ਸ਼ਬਦ ਹੈ, ਉਹ ਹਮੇਸ਼ਾ ਤੋਂ ਸੀ, ਉਹ ਉੱਥੇ ਸੀ। ਜਦੋਂ ਬਿਗ ਬੈਂਗ ਥਿਊਰੀ ਦੀ ਗੱਲ ਵੀ ਆਪਾਂ ਕਰਦੇ ਹਾਂ, ਬਹੁਤ ਸਾਇੰਸ ਦੇ ਸਟੂਡੈਂਟਸ ਜਾਣਦੇ ਆ ਉਹਨਾਂ ਨੂੰ। ਬਿਗ ਬੈਂਗ ਥਿਊਰੀ ਹੋਣ ਤੋਂ ਬਾਅਦ ਯੂਨੀਵਰਸ ਦੀ ਕ੍ਰੀਏਸ਼ਨ ਹੋਈ ਆ, ਯੂਨੀਵਰਸ ਫੈਲਿਆ ਆ, ਉਹਦਾ ਪਸਾਰਾ ਹੋਇਆ ਆ, ਪਰ ਇਹ ਨਹੀਂ ਆ ਕਿ ਉਸ ਤੋਂ ਪਹਿਲਾਂ ਉੱਥੇ ਕੁਛ ਵੀ ਨਹੀਂ ਸੀਗਾ। ਦੇयर ਵਾਜ਼ ਨਥਿੰਗ ਕਾਲਡ, ਜਿਹੜਾ ਇਨਫੈਕਟ ਵੈਕਿਊਮ ਦੇ ਵਿੱਚ ਵੀ ਮੈਂ ਪਿਛਲੀ ਵਾਰੀ ਗੱਲ ਕੀਤੀ ਸੀਗੀ ਕਿ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨਸ ਨੂੰ ਜਦੋਂ ਤੁਸੀਂ ਵੈਕਿਊਮ ਦੇ ਵਿੱਚ ਸਾਊਂਡ ਟਰੈਵਲ ਨਹੀਂ ਕਰਦੀ, ਪਰ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨਸ ਨੂੰ ਉਹਨਾਂ ਨੇ ਬਕਾਇਦਾ ਨਾਸਾ ਨੇ ਜਦੋਂ ਦੇਖਿਆ ਆ, ਉਹਨਾਂ ਨੂੰ ਰਿਕਾਰਡ ਕੀਤਾ ਆ, ਤਾਂ ਉਹ ਇੱਕ ਧੁਨ ਦੀ ਫਾਰਮ ਦੇ ਵਿੱਚ ਆਉਂਦੀ। ਤਾਂ ਹਮੇਸ਼ਾ ਤੋਂ ਸ਼ਬਦ ਹਮੇਸ਼ਾ ਤੋਂ ਸਥਾਪਿਤ ਸੀ, ਉਸ ਸ਼ਬਦ ਦੇ ਵਿੱਚੋਂ ਅੱਗੇ ਜਿਹੜਾ ਯੂਨੀਵਰਸ ਆ ਉਹਦਾ ਕ੍ਰੀਏਸ਼ਨ ਹੋਈ ਆ। ਇੱਕ ਜਿਹੜੀ ਇੱਕ ਫੋਟੋਗ੍ਰਾਫ ਤੁਹਾਡੀ ਹੁਣ ਸਕਰੀਨ 'ਤੇ ਤਿਆਰ ਹੀ ਹੋਊਗੀ, ਤੁਸੀਂ ਉਹ ਦੇਖ ਸਕਦੇ ਆ। ਉਹ ਬੇਸਿਕਲੀ ਬਿਗ ਬੈਂਗ ਥਿਊਰੀ ਦੀ ਉਹ ਗੱਲ ਕਰਦੇ ਆ ਕਿ ਕਿਵੇਂ ਬਿਲਕੁਲ ਸ਼ੂਨਯ ਤੋਂ, ਜਦੋਂ ਬਿਲਕੁਲ ਸਭ ਖਾਲੀ ਸੀ ਜਾਂ ਸਿਰਫ ਇੱਕ ਸ਼ਬਦ ਸੀ ਸਥਾਪਿਤ ਫਾਰਮਲੈਸ ਫਾਰਮ ਦੇ ਵਿੱਚ, ਜਦੋਂ ਉਹਦੀ ਕੋਈ ਫਾਰਮ ਨਹੀਂ ਸੀ, ਹੈ ਨਾ, ਉਸ ਤੋਂ ਬਾਅਦ ਕਿੱਦਾਂ ਉਹ ਯੂਨੀਵਰਸ ਦੇ ਵਿੱਚ ਐਕਸਪੈਂਡ ਕਰ ਗਿਆ। ਉਹ ਜੋ ਏਕਾ ਹੈ ਉਹ ਫਾਰਮਲੈਸ, ਜਦੋਂ ਜ਼ੀਰੋ ਤੋਂ ਫਾਰਮਲੈਸ ਤੋਂ ਫਾਰਮ ਵੱਲ ਆਉਂਦਾ ਆ, ਤਾਂ ਉਸ ਤੋਂ ਬਾਅਦ ਉਹਦੇ 'ਚੋਂ ਕਿਵੇਂ ਸਾਰੀ ਜਿਹੜੀ ਯੂਨੀਵਰਸ ਆ ਉਹ ਐਕਸਪੈਂਡ ਕਰਦਾ। ਇਹ ਮੈਂ ਪਿਛਲੀ ਵਾਰੀ ਤੁਹਾਡੇ ਨਾਲ ਗੱਲ ਕੀਤੀ ਸੀ। ਇੱਕ ਤਾਂ ਏਕੇ ਦਾ ਮਹੱਤਵ ਇਹ ਹੈ ਕਿ ਐਗਜ਼ਿਸਟੈਂਸ ਵੱਲ ਆਉਣ ਦਾ, ਨੋਨ ਐਗਜ਼ਿਸਟੈਂਸ ਤੋਂ ਐਗਜ਼ਿਸਟੈਂਸ ਵੱਲ ਆਉਣ ਦਾ ਪਹਿਲਾ ਕਦਮ ਔਰ ਸ਼ਾਇਦ ਆਖਰੀ ਕਦਮ ਇਹੀ ਹੈ। ਆਖਰੀ ਕਿੱਦਾਂ ਉਹ ਆਪਾਂ ਡਿਸਕਸ ਕਰਾਂਗੇ। ਦੂਸਰੀ ਜਿਹੜੀ ਇੰਪੋਰਟੈਂਟ ਗੱਲ ਸੀਗੀ ਉਹ ਸੀਗੀ ਪਾਇਥਾਗੋਰੀਅਨ ਦੇ ਤਰੀਕੇ ਦੇ ਨਾਲ ਸਮਝਣਾ। ਮੈਂ ਇਹ ਡਿਸਕਸ ਕੀਤਾ ਸੀਗਾ ਕਿ ਪਾਇਥਾਗੋਰਸ ਨੇ ਨੰਬਰ ਸਿਸਟਮਸ ਨੂੰ ਇਸਤੇਮਾਲ ਕਰਕੇ ਬਕਾਇਦਾ ਇਹ ਪ੍ਰੂਵ ਕਰ ਦਿੱਤਾ ਸਾਨੂੰ ਕਿ ਜਿਹੜੀ
ਇੱਕ ਸਟ੍ਰਿੰਗ ਉਸਨੇ ਇੱਕ ਸਟ੍ਰਿੰਗ ਲਈ ਔਰ ਉਸਨੇ ਇਹ ਰੇਸ਼ੀਓਜ਼ ਬਣਾਈਆਂ ਕਿ ਉਸ ਇੱਕ ਸਟ੍ਰਿੰਗ, ਇੱਕ ਇਜ਼ ਵੈਰੀ ਇੰਪੋਰਟੈਂਟ, ਉਸ ਇੱਕ ਸਟ੍ਰਿੰਗ ਦੀਆਂ ਕੁਛ ਰੇਸ਼ੀਓਜ਼, ਹੁਣ ਰੇਸ਼ੀਓਜ਼ ਕਿਹੜੀਆਂ ਆ ਹੋਲ ਨੰਬਰਸ ਦੇ ਵਿੱਚ, ਜਿਹੜੀਆਂ 0 to 1 ਦੇ ਵਿੱਚ, ਕਿਉਂਕਿ ਜਿੰਨੇ ਵੀ ਆਪਣੇ ਕੋਲ ਰੇਸ਼ੀਓਜ਼ ਆਉਂਦੀਆਂ 0 to 1 ਦੇ ਵਿੱਚ ਫਿਗਰ ਕੀਤੀਆਂ ਜਾਂਦੀਆਂ। 0 to 1 ਦੇ ਵਿੱਚ ਜਿੰਨੀਆਂ ਵੀ ਰੇਸ਼ੀਓਜ਼ ਨੇ, ਜਿਹੜੀਆਂ ਰੇਸ਼ੀਓਜ਼ ਉੱਥੇ ਆਉਂਦੀਆਂ ਉਹ ਧੁਨੀਆਂ ਜਿਹੜੀਆਂ ਕੰਨਾਂ ਨੂੰ ਪਲੈਜ਼ੈਂਟ ਹੁੰਦੀਆਂ ਆ, ਬਾਕੀ ਜਿਹੜੀਆਂ ਉਸ ਤੋਂ ਬਾਹਰ ਨਿਕਲ ਜਾਂਦੀਆਂ ਉਹ ਅਨਪਲੈਜ਼ੈਂਟ ਹੁੰਦੀਆਂ ਆ। ਸੋ ਉਸਨੇ ਇਹ ਕਿਹਾ ਕਿ ਜਿਹੜੀਆਂ 0 to 1 ਦੀ ਰੇਸ਼ੀਓ ਦੇ ਵਿੱਚ ਜਿਹੜੀਆਂ 0 ਤੋਂ ਲੈ ਕੇ 1 ਤੱਕ ਜਿਹੜੀਆਂ ਹੋਲ ਨੰਬਰ ਰੇਸ਼ੀਓਜ਼ ਦੇ ਵਿੱਚ ਆਉਂਦੀਆਂ ਧੁਨੀਆਂ ਆ, ਇੱਕ ਸਟ੍ਰਿੰਗ ਦੇ ਵਿੱਚ ਉਹਨੇ ਕੱਢੀਆਂ ਸਾਰੀਆਂ। ਉਸਨੇ ਮਿਊਜ਼ਿਕ ਆਫ ਸਫੀਅਰ ਦੀ ਗੱਲ ਕੀਤੀ, ਉਹਦੇ ਵਿੱਚ ਉਹਨੇ ਧੁਨਾਂ ਦੀ ਗੱਲ ਕੀਤੀ, ਪਾਇਥਾਗੋਰਸ ਨੇ। ਉਸ ਤੋਂ ਬਾਅਦ ਕੈਪਲਰ ਨੇ ਬਕਾਇਦਾ ਉਹਨਾਂ ਹੀ ਧੁਨਾਂ ਦੀ, ਉਸ ਇੱਕ ਸਟ੍ਰਿੰਗ 'ਚੋਂ ਨਿਕਲੀਆਂ ਧੁਨਾਂ ਨੂੰ ਆਧਾਰ ਬਣਾ ਕੇ ਉਸਨੇ ਇਹ ਦੱਸਿਆ ਕਿ ਯੂਨੀਵਰਸ, ਪੂਰਾ ਬ੍ਰਹਿਮੰਡ ਦੇ ਵਿੱਚ ਜਿੰਨੇ ਵੀ ਗ੍ਰਹਿ ਨੇ, ਉਹਨਾਂ ਦੀ ਜਿਹੜੀ ਮੂਵਮੈਂਟ ਹੈ, ਉਹਨਾਂ ਦੀ ਜਿਹੜੀ ਚਾਲ ਹੈ, ਉਹ ਬਕਾਇਦਾ ਉਹਨਾਂ ਧੁਨਾਂ ਦੇ ਉੱਤੇ ਹੀ ਆਧਾਰਿਤ ਹੈ। ਉਸਨੇ ਇਸ ਨੂੰ ਨਾਮ ਦਿੱਤਾ ਮਿਊਜ਼ਿਕ ਆਫ ਸਫੀਅਰਸ। ਹੁਣ ਇਹੀ ਮਿਊਜ਼ਿਕ ਆਫ ਸਫੀਅਰਸ ਦੀ ਜਿਹੜੀ ਫਿਲੋਸਫੀ ਹੈ ਕੈਪਲਰ ਦੀ, ਉਸ ਨੂੰ ਆਧਾਰ ਬਣਾ ਕੇ ਨਿਊਟਨ ਜਿਹੜਾ ਹੈ ਉਹ ਲਾਅ ਆਫ ਗ੍ਰੈਵਿਟੀ ਦਿੰਦਾ। ਸੋ ਮੇਰਾ ਜਿਹੜਾ ਮੂਲ ਕਹਿਣ ਦਾ ਮਤਲਬ ਇਹ ਸੀਗਾ ਕਿ ਜਿਹੜੀ ਏਕੇ ਦੀ ਧੁਨ ਹੈ, ਉਸ ਏਕੇ ਦੀ ਧੁਨ ਨੇ ਸਾਰੇ ਬ੍ਰਹਿਮੰਡ ਨੂੰ ਜਿਹੜਾ ਇੱਕ ਕਾਸਮਿਕ ਆਰਡਰ ਦਿੱਤਾ ਹੋਇਆ ਹੈ। ਉਸ ਕਾਸਮਿਕ ਆਰਡਰ ਦੇ ਵਿੱਚ ਬੰਨਣ ਲਈ ਕਿਸ ਤਰੀਕੇ ਨਾਲ, ਕਿਉਂਕਿ ਜਦੋਂ ਆਪਾਂ ਪਾਇਥਾਗੋਰਸ ਨੂੰ ਲੈ ਲਈਏ ਅਤੇ ਨਿਊਟਨ ਦੇ ਲਾਅ ਆਫ ਗ੍ਰੈਵਿਟੀ ਨੂੰ ਲੈ ਲਈਏ, ਹੁਣ ਇਹ ਸਾਰਾ ਆਪਸ ਦੇ ਵਿੱਚ ਜੁੜਿਆ ਹੈ, ਕਿਉਂਕਿ ਇੱਕ ਦੂਜੇ ਦੀ ਫਿਲੋਸਫੀ ਨੂੰ ਆਧਾਰ ਬਣਾਇਆ ਗਿਆ। ਧੁਨਾਂ ਹੀ ਨੇ ਜੋ ਗ੍ਰੈਵਿਟੀ ਦੀ ਗੱਲ ਤੱਕ ਪਹੁੰਚਾਉਂਦੀਆਂ ਨੇ ਸਾਨੂੰ, ਔਰ ਜਿੱਥੋਂ ਤੱਕ ਆਪਾਂ ਪਹੁੰਚ ਕੇ ਇਹ ਸਮਝਦੇ ਹਾਂ ਕਿ ਪੂਰਾ ਯੂਨੀਵਰਸ ਇੱਕ ਪਰਟੀਕੂਲਰ ਕਾਸਮਿਕ ਆਰਡਰ ਦੇ ਵਿੱਚ ਬੱਝਾ ਹੋਇਆ। ਉਹ ਕਿੱਦਾਂ ਬੱਝਾ ਹੋਇਆ? ਉਹਦਾ ਜਿਹੜਾ ਧੁਰਾ ਹੈ ਉਹ ਇੱਕ ਹੈ, ਉਹ ਏਕੇ ਦੀ ਧੁਨ ਹੈ ਜਿਹਦੇ ਵਿੱਚੋਂ ਬਾਕੀ ਧੁਨਾਂ ਬਾਹਰ ਨਿਕਲਦੀਆਂ। ਇਹ ਮੈਂ ਪਿਛਲੀ ਵਾਰੀ ਤੁਹਾਡੇ ਨਾਲ ਬੜੇ ਡੀਟੇਲ ਦੇ ਵਿੱਚ ਗੱਲ ਕੀਤੀ ਸੀਗੀ। ਹੁਣ ਜਦੋਂ ਅਸੀਂ ਸ਼ਬਦ ਗੁਰੂ ਦੀ ਸ਼ਰਨ ਵਿੱਚ ਜਾਵਾਂਗੇ ਤਾਂ ਸਾਨੂੰ ਸਮਝ ਇਹ ਪਊਗੀ ਕਿ ਜਿਹੜੀ ਗੁਰਬਾਣੀ ਅਨਹਦ ਨਾਦ ਦੀ ਗੱਲ ਕਰਦੀ ਹੈ, ਉਹ ਬੇਸਿਕਲੀ ਉਸੇ ਏਕੇ ਦੀ ਗੱਲ ਕਰਦੀ। ਇਸੇ ਲਈ ਗੁਰੂ ਨਾਨਕ ਪਹਿਲਾ ਅੱਖਰ ਏਕਾ ਪਾਉਂਦੇ ਆ ਕਿ ਉਸ ਏਕੇ ਦੇ ਵਿੱਚੋਂ ਹੀ ਧੁਨਾਂ ਨਿਕਲੀਆਂ, ਉਸ ਏਕੇ ਦੇ ਵਿੱਚੋਂ ਹੀ ਅੱਗੇ ਪਸਾਰਾ ਹੋਇਆ। ਉਸ ਏਕੇ ਦੀਆਂ ਧੁਨਾਂ ਨੇ ਹੀ ਪੂਰੀ ਕਾਸਮਿਕ ਐਨਰਜੀ ਨੂੰ ਇੱਕ ਆਰਡਰ ਦੇ ਕੇ ਰੱਖਿਆ ਹੋਇਆ। ਹੁਣ ਇਹ ਗੱਲ ਆਪਣੇ ਕੋਲ ਆਉਂਦੀ ਆ। ਉਹ ਫਿਰ ਮੈਂ ਤੁਹਾਡੇ ਨਾਲ ਇਹ ਜ਼ਿਕਰ ਕੀਤਾ ਸੀਗਾ ਕਿ ਗੁਰੂ ਨਾਨਕ ਜਿਹੜੇ ਆ, ਉਹਨਾਂ ਨੂੰ ਏਕੇ ਦੀ ਸੋਝੀ, ਕਿਉਂਕਿ ਉਹ ਆਪ ਏਕਾ ਹੋ ਗਏ। ਜਦੋਂ ਉਹ ਏਕਾ ਹੈ ਤਾਂ ਹੀ ਤਾਂ ਭਾਈ ਗੁਰਦਾਸ ਉਹਨਾਂ ਨੂੰ ਕਹਿੰਦੇ ਆ ਨਾ, ਆਪ ਨਾਰਾਇਣ ਕਲਾ ਧਾਰ ਇਸ ਜਗ ਮੇ ਪਰਵਰਿਓ। ਜਦੋਂ ਉਹ ਏਕਾ ਹੈ ਤਾਂ ਉਹਨਾਂ ਦੇ ਵਿੱਚੋਂ ਰਾਗ ਨਿਕਲਦੇ ਨੇ, 19 ਰਾਗ, ਜਿਨ੍ਹਾਂ ਦੇ ਵਿੱਚ ਉਹਨਾਂ ਆਪਣੀ ਜਿਹੜੀ ਬਾਣੀ ਹੈ ਉਹ ਬਕਾਇਦਾ ਦਰਜ ਕਰਦੇ ਨੇ। ਉਸ ਤੋਂ ਅੱਗੇ ਆ ਜਾਂਦੇ ਨੇ ਆਪਣੇ ਕੋਲ, ਫਿਰ ਮੈਂ ਤੁਹਾਡੇ ਨਾਲ ਡਿਸਕਸ ਕੀਤਾ ਸੀਗਾ ਭਾਈ ਜੇਠਾ ਜੀ ਦੀ। ਹੁਣ ਤੁਸੀਂ ਇਹ ਦੇਖੋ, ਭਾਈ ਜੇਠਾ ਜੀ ਜਦ ਤੱਕ ਤਾਂ ਆਪਣੀ ਬਾਲ ਅਵਸਥਾ ਦੇ ਵਿੱਚ ਉਹ ਮਾਂ ਬਾਪ ਤੋਂ ਬਿਨਾਂ ਆਪਣੀ ਬੁੱਢੀ ਦਾਦੀ ਦੇ ਨਾਲ ਜਿਹੜੇ ਆ ਘੁੰਗਣੀਆਂ ਵੇਚ ਕੇ ਗੁਜ਼ਰ ਬਸਰ ਕਰ ਰਹੇ ਆ। ਜਦੋਂ ਤੱਕ ਇਹ ਏਕੇ ਦੀ ਜੋਤ ਉਹਨਾਂ ਤੱਕ ਨਹੀਂ ਗਈ, ਉਦੋਂ ਤੱਕ ਉਹ ਭਾਈ ਜੇਠਾ ਨੇ। ਜਦੋਂ ਇਹ ਜੋਤ ਉਹਨਾਂ ਦੇ ਵਿੱਚ ਚਲੇ ਜਾਂਦੀ ਹੈ ਤਾਂ ਉਹ ਗੁਰੂ ਰਾਮਦਾਸ ਮਹਾਰਾਜ ਹੋ ਜਾਂਦੇ ਨੇ, ਜਿਨ੍ਹਾਂ ਨੇ 30-31 ਰਾਗਾਂ ਦੇ ਵਿੱਚ ਜਿਹੜੀ ਹੈਗੀ ਹੈ, 30 ਰਾਗਾਂ ਦੇ ਵਿੱਚ ਉਹ ਬਾਣੀ ਦਰਜ ਕਰਾ ਦਿੰਦੇ ਨੇ। 30 ਰਾਗਾਂ ਦੇ ਵਿੱਚੋਂ ਬਾਣੀ ਜਿਹੜੇ 5 ਰਾਗ ਨੇ ਉਹ ਸਪੈਸੀਫਿਕਲੀ ਗੁਰੂ ਰਾਮਦਾਸ ਪਾਤਸ਼ਾਹ ਦੇ ਹਿੱਸੇ ਆਏ, ਉਹ ਹੋਰ ਕਿਸੇ ਨੇ ਨਹੀਂ ਲਿਖੇ। ਹੁਣ ਇਹ ਇੱਕ ਤੁਸੀਂ ਇਸ ਚੀਜ਼ ਦੀ ਕਰਾਮਾਤ ਨੂੰ, ਇਹਨੂੰ ਸਮਝੋ, ਇਸ ਚੀਜ਼ ਨੂੰ ਤੁਸੀਂ ਕਾਸਮਿਕ ਆਰਡਰ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰੋ ਕਿ ਜਦੋਂ ਤੱਕ ਉਹ ਏਕੇ ਦੀ ਜੋਤ ਉਹਨਾਂ ਵਿੱਚ ਨਹੀਂ ਪ੍ਰਵੇਸ਼ ਕਰਦੀ, ਕੋਈ ਵੀ ਹੋ ਸਕਦਾ ਹੈ ਨਾ। ਉਹ ਭਾਈ ਜੇਠਾ ਜੀ ਨੇ, ਉਹ ਘੁੰਗਣੀਆਂ ਵੇਚ ਰਹੇ ਨੇ, ਪਰ ਜਦੋਂ ਉਹ ਏਕੇ ਦੀ ਜੋਤ, ਜੋ ਗੁਰੂ ਨਾਨਕ ਦੀ ਜੋਤ ਹੈ, ਜਦੋਂ ਉਹਨਾਂ ਦੇ ਵਿੱਚ ਉਹ ਨਿਵਾਸ ਕਰ ਜਾਂਦੀ ਹੈ, ਜਦੋਂ ਉਹਨਾਂ ਦੇ ਵਿੱਚ ਪ੍ਰਵੇਸ਼ ਕਰ ਜਾਂਦੀ ਹੈ, ਤਾਂ ਫਿਰ ਉਹਨਾਂ ਦੇ ਉਸ ਏਕੇ ਦੇ ਵਿੱਚੋਂ ਰਾਗ ਨਿਕਲਣੇ ਸ਼ੁਰੂ ਹੋ ਜਾਂਦੇ ਨੇ। ਧੁਨਾਂ, ਕਿਉਂਕਿ ਉੱਥੋਂ ਹੀ ਤਾਂ ਧੁਨਾਂ ਨਿਕਲੀਆਂ ਨਾ, ਧੁਨਾਂ ਤੋਂ ਹੀ ਅੱਗੇ ਰਾਗ ਬਣੇ, ਤਾਂ ਉਹਨਾਂ ਵਿੱਚੋਂ ਰਾਗ ਨਿਕਲਦੇ ਨੇ। ਇਸੇ ਹੀ ਸਿਲਸਿਲੇ ਦੇ ਵਿੱਚ ਆਪਾਂ ਚੱਲਦੇ ਜਾਈਏ ਤਾਂ ਸਾਡੇ ਗੁਰੂ ਪਾਤਸ਼ਾਹ ਤਕਰੀਬਨ ਆਪਾਂ ਬਹੁਤ ਸਾਰੀਆਂ ਸਾਡੇ ਕੋਲ ਐਗਜ਼ਾਮਪਲ ਨੇ। ਤਾਊਸ ਬਣਦਾ ਆ, ਹੈ ਨਾ, ਸਰੰਦਾ ਬਣਦਾ ਆ, ਉਹ ਬਕਾਇਦਾ ਜਿਹੜੇ ਸਾਡੇ ਮਿਊਜ਼ੀਕਲ ਇੰਸਟਰੂਮੈਂਟਸ ਨੇ, ਸਾਡੇ ਗੁਰੂ ਪਾਤਸ਼ਾਹ ਜਿਹੜੇ ਨੇ ਉਹ ਡਿਜ਼ਾਈਨ ਕਰਦੇ ਆ। ਜਦੋਂ ਤੁਸੀਂ ਏਕੇ ਦੀ ਗੱਲ ਨੂੰ ਸਮਝ ਜਾਓਗੇ ਅਤੇ ਏਕੇ ਦੇ ਵਿੱਚੋਂ ਨਿਕਲਦੀਆਂ ਧੁਨਾਂ ਨੂੰ ਸਮਝ ਜਾਓਗੇ, ਤੁਹਾਨੂੰ ਇਹ ਸਮਝ ਲੱਗ ਜਾਊਗੀ ਕਿ ਗੁਰਬਾਣੀ ਦੇ ਕੀਰਤਨ ਦੇ ਵਾਸਤੇ
ਤੰਤੀ ਸਾਜ਼ਾਂ ਦਾ ਮਹੱਤਵ ਕੀ ਹੈ। ਪਿਛਲੇ ਐਪੀਸੋਡ ਦੇ ਵਿੱਚ ਮੈਂ ਕੁਛ ਤੁਕਾਂ ਬੋਲ ਕੇ ਵੀ ਤੁਹਾਨੂੰ ਦੱਸੀਆਂ ਸੀਗੀਆਂ, ਜਿਨ੍ਹਾਂ ਵਿੱਚ ਗੁਰਬਾਣੀ ਦੇ ਵਿੱਚ ਬਕਾਇਦਾ ਤੰਤੀ ਜਿਹੜੀ ਹੈ, ਜਿਹੜਾ ਇੱਕ ਸਟਰਿੰਗ ਹੁੰਦੀ ਹੈ ਤੰਤੀ, ਹੈ ਨਾ, ਉਹ ਸਟਰਿੰਗ ਦੀ ਮਹੱਤਵ ਕੀ ਦੱਸੀ ਗਈ ਆ, ਉਹ ਤੰਤੀ ਸਾਜ਼ਾਂ ਦੀ ਮਹੱਤਵ ਕੀ ਦੱਸਿਆ ਗਿਆ। ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੂੰਗੀ, ਪਰ ਇੱਕ ਗੱਲ ਮੈਂ ਦੱਸਣਾ ਚਾਹੂੰਗੀ ਇੱਥੇ ਕਿ ਬਹੁਤ ਵਾਰੀ ਇੱਕ ਕੋਈ ਖਾਸ ਡੇਰੇ ਵਾਲੇ ਨੇ ਮੇਰੀ ਉਹਨਾਂ ਨਾਲ ਅਕਸਰ ਹੀ ਬਹਿਸ ਹੁੰਦੀ ਹੈ, ਤਾਂ ਉਹਨਾਂ ਨੇ ਮੈਨੂੰ ਬਹਿਸ ਹੀ ਕਹਿ ਸਕਦੇ ਹਾਂ, ਕਿਉਂਕਿ ਜਦੋਂ ਕਿਸੇ ਦਾ ਕੋਈ ਅੱਗੇ ਐਂਡ ਪੁਆਇੰਟ ਨਹੀਂ ਨਿਕਲਣਾ ਤਾਂ ਫਿਰ ਉਹ ਬਹਿਸ ਹੁੰਦੀ ਆ। ਉਹਨਾਂ ਨਾਲ ਮੇਰੀ ਕਈ ਵਾਰੀ ਗੱਲ ਹੋਈ, ਉਹਨਾਂ ਨੇ ਮੈਨੂੰ ਕਈ ਵਾਰੀ ਇਹ ਪੁੱਛਿਆ ਕਿ ਕੀਰਤਨ ਦੇ ਵਿੱਚ ਤੁਹਾਡੇ ਜਿਹੜੇ ਸਾਜ਼ ਹੈ, ਹਾਰਮੋਨੀਅਮ, ਇਹਨਾਂ ਦਾ ਕੀ ਮਤਲਬ, ਇਹਨਾਂ ਦਾ ਕੀ ਫਾਇਦਾ। ਤਾਂ ਹਾਰਮੋਨੀਅਮ ਤਾਂ ਨਹੀਂ, ਕਿਉਂਕਿ ਹਾਰਮੋਨੀਅਮ ਤੰਤੀ ਸਾਜ਼ ਨਹੀਂ ਆਉਂਦਾ, ਉਹ ਤਾਂ ਅੱਜ ਕੱਲ੍ਹ ਆਪਾਂ ਹੁਣ ਬਣਾ ਲਿਆ ਨਾ। ਅਤੇ ਜੋ ਤੰਤੀ ਸਾਜ਼ਾਂ ਦੀ ਗੱਲ ਆ, ਉਹ ਹਮੇਸ਼ਾ ਕਹਿੰਦੇ ਹੁੰਦੇ ਸੀਗੇ ਕਿ ਹਮੇਸ਼ਾ ਮੈਨੂੰ ਇਹ ਗੱਲ ਮੇਰੇ ਨਾਲ ਹੁੰਦੀ ਆ। ਤਾਂ ਇਸ ਗੱਲ ਦਾ ਜਿਹੜਾ ਆਨਸਰ ਹੈ ਉਹ ਇਹ ਆ ਕਿ ਬੇਸਿਕਲੀ ਸਾਰੀਆਂ ਜਿਹੜੀ ਜਦੋਂ ਪੂਰਾ ਬ੍ਰਹਿਮੰਡ ਇੱਕ ਸਾਜ਼ ਦੇ ਉੱਪਰ ਨੱਚ ਰਿਹਾ ਹੈ, ਜਦੋਂ ਪੂਰੇ ਬ੍ਰਹਿਮੰਡ ਦੇ ਵਿੱਚ ਇੱਕੋ ਹੀ ਸਾਜ਼ ਗੂੰਜ ਰਿਹਾ ਔਰ ਉਸ ਸਾਜ਼ ਦੇ ਵਿੱਚੋਂ ਅੱਗੇ ਕ੍ਰੀਏਸ਼ਨਸ ਹੋ ਰਹੀਆਂ, ਤਾਂ ਜਦੋਂ ਤੁਸੀਂ ਤੰਤੀ ਸਾਜ਼ ਜਿਹੜੇ ਨੇ ਉਹਨਾਂ ਦੇ ਨਾਲ ਜਿਹੜਾ ਕਥਾ ਕੀਰਤਨ, ਕਿਉਂਕਿ ਗੁਰਬਾਣੀ ਜਿਹੜੀ ਉਹ ਨਿਰਧਾਰਿਤ ਰਾਗਾਂ ਦੇ ਵਿੱਚ ਦਰਜ ਹੈ, ਤੁਸੀਂ ਉਹਨਾਂ ਦੇ ਨਾਲ ਕਰੋਗੇ, ਤੁਹਾਡੀ ਆਤਮਾ ਦਾ ਜੋੜ ਕਰਾਉਂਦਾ ਹੈ ਨਾ। ਅਤੇ ਇਸ ਕਰਕੇ ਕਿਉਂਕਿ ਸਾਡੇ ਗੁਰੂਆਂ ਨੇ ਉਹ ਏਕੇ ਦੀ ਹੋਂਦ ਨੂੰ ਪਹਿਚਾਣਿਆ, ਉਸ ਏਕੇ ਦੇ ਵਿੱਚੋਂ ਹੀ ਉਹ ਆਪ ਏਕਾ ਹੋ ਗਏ ਔਰ ਉਹਨਾਂ ਵਿੱਚੋਂ ਰਾਗ ਨਿਕਲੇ। ਇਸ ਕਰਕੇ ਸਾਨੂੰ ਜਿਹੜਾ ਉਹ ਤੰਤੀ ਸਾਜ਼ ਜਿਹੜੇ ਨੇ ਉਹ ਸਾਡੇ ਕੀਰਤਨ ਦੇ ਵਿੱਚ ਇੰਪੋਰਟੈਂਸ ਰੱਖਦੇ ਨੇ। ਤੀਸਰੀ ਗੱਲ ਜਿਹੜੀ ਮੈਂ ਕੀਤੀ ਸੀਗੀ ਉਹ ਇਹ ਸੀਗੀ ਕਿ ਏਕੇ ਤੋਂ ਅੱਗੇ ਬਹੁਤ ਕੁਛ ਬਣ ਸਕਦਾ। ਉਹ ਇਹ ਹੈ ਕਿ ਜਿਵੇਂ ਆਪਾਂ ਪਾਇਥਾਗੋਰਸ ਦੀ ਮੈਂ ਦੁਬਾਰਾ ਗੱਲ ਕੀਤੀ ਸੀਗੀ ਕਿ ਪਾਇਥਾਗੋਰੀਅਨ ਲੋਕ ਜਿਹੜੇ ਨੇ ਬਕਾਇਦਾ ਉਹ ਏਕੇ ਨੂੰ ਨੰਬਰ ਮੰਨਦੇ ਹੀ ਨਹੀਂ। ਉਹ ਕਹਿੰਦੇ ਨੇ ਵੀ ਨੰਬਰ ਜਿਹੜੇ ਹੁੰਦੇ ਆ ਉਹ ਜ਼ਿਆਦਾ ਹੁੰਦੇ ਆ, ਪਲੂਰਲ ਹੁੰਦੇ ਆ, ਏਕਾ ਸਿੰਗੂਲਰ ਹੈ। ਏਕੇ ਦੇ ਵਿੱਚੋਂ ਤਾਂ ਪਲੂਰਲ ਬਣਦੇ ਆ, ਪਰ ਏਕਾ ਕਿਸੇ ਵਿੱਚੋਂ ਨਹੀਂ ਬਣਦਾ, ਉਹ ਇਹ ਮੰਨਦੇ ਨੇ। ਔਰ ਇਹ ਗੱਲ ਸੱਚ ਵੀ ਆ। ਤੁਸੀਂ ਏਕੇ ਦੇ ਵਿੱਚੋਂ 3 ਤਾਂ ਕੱਢ ਸਕਦੇ ਹੋ, 1 + 1 + 1 = 3। ਪਰ ਜੇ ਤੁਸੀਂ ਇਹ ਕਹੋ ਕਿ ਹੁਣ ਆਪਾਂ 3 ਦੇ ਵਿੱਚੋਂ 1 ਕੱਢਣਾ ਆ ਤਾਂ ਉਹ ਫਿਰ ਮਾਈਨਸ ਕਰਨਾ ਪਊ, ਘਟਾਉਣਾ ਪਊ, ਹੈ ਨਾ। ਲੇਕਿਨ ਉਹਦੇ ਵਿੱਚੋਂ ਨਹੀਂ ਨਿਕਲੂਗਾ, ਫਿਰ ਉਹ 3 ਨੂੰ ਹੀ ਅਸਲ 'ਚ ਮਾਈਨਸ ਕਰਦੇ। ਤੁਸੀਂ 3 ਨੂੰ ਹੀ ਤੋੜਦੇ ਆ ਅਤੇ ਫਿਰ ਇੱਕ ਹੁੰਦਾ ਹੈ, 3 ਨੂੰ ਹੀ ਤੋੜਦੇ ਆ, 3 ਨੂੰ ਮਾਰਦੇ ਆ ਬੇਸਿਕਲੀ, ਹੈ ਨਾ। ਤੋ ਏਕੇ ਤੋਂ ਅੱਗੇ ਪਸਾਰਾ ਹੁੰਦਾ ਆ, ਸਗਲ ਜਗਤ ਜਿਹੜਾ ਉਹਦਾ ਪਸਾਰਾ ਹੁੰਦਾ ਇਸ ਤੋਂ ਬਾਅਦ। ਸੋ ਇਸੇ ਲਈ ਜਿਹੜਾ 1 ਨੰਬਰ ਹੈ ਉਹ ਨਾ ਤਾਂ ਪ੍ਰਾਈਮ ਹੈ ਨਾ ਕੰਪੋਜ਼ਿਟ ਹੈ। ਇਹ ਗੱਲ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਸੀ। ਜਿਹੜਾ ਚੌਥਾ ਨੁਕਤਾ ਆ ਉਹ ਇਹ ਆ ਕਿ ਗੁਰੂ ਪਾਤਸ਼ਾਹ ਨੇ ਤੁਹਾਨੂੰ ਆਪਣਾ ਇੱਕ ਓਂਕਾਰ ਲਿਖ ਕੇ ਕੋਡ ਆਫ ਲੈਂਗੁਏਜ ਦੇ ਦਿੱਤੀ। ਕੋਡ ਆਫ ਲੈਂਗੁਏਜ ਕਿ ਉਹਨਾਂ ਨੇ ਦੱਸ ਦਿੱਤਾ ਕਿ ਮੈਂ ਜਦੋਂ ਵੀ ਗੱਲ ਕਰੂੰਗਾ ਉਹ 2 ਚੀਜ਼ਾਂ ਨਾਲ ਕਰੂੰਗਾ, ਇੱਕ ਅੱਖਰ ਅਤੇ ਦੂਸਰਾ ਨੰਬਰ। ਹੁਣ ਉਹ ਨੰਬਰ ਇਕੱਲਾ ਨੰਬਰ ਨਹੀਂ ਹੈ, ਉਹ ਕਾਊਂਟਿੰਗ ਵਾਲਾ ਨੰਬਰ ਨਹੀਂ ਰਹਿ ਜਾਂਦਾ, ਉਹਦਾ ਮਤਲਬ ਹੈ ਪੂਰੇ ਸਾਜ਼ਾਂ ਦੀ ਗੱਲ, ਹੈ ਨਾ। ਅਤੇ ਸਾਜ਼ ਇੱਕ ਦੇ ਵਿੱਚ ਸਾਜ਼, ਹੁਣ ਪੂਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਅੱਖਰ ਨੇ ਅਤੇ ਨਿਰਧਾਰਿਤ ਰਾਗ ਨੇ, ਹੈ ਨਾ, ਮਿਊਜ਼ਿਕ ਦੀ ਗੱਲ ਆ। ਤਾਂ ਇਹ ਉਹਨਾਂ ਦੀ ਕੋਡ ਆਫ ਲੈਂਗੁਏਜ ਵੀ ਹੈਗਾ ਕਿ ਉਹ ਇਸ ਤਰੀਕੇ ਨਾਲ ਗੱਲ ਕਰਨਗੇ। ਹੁਣ ਜਦੋਂ ਆਪਾਂ ਸ਼ਬਦ ਗੁਰੂ ਨੂੰ ਸਮਝਣਾ ਹੈ ਨਾ, ਤਾਂ ਪਹਿਲਾਂ ਇਹ ਏਕੇ ਨੂੰ ਸਮਝਿਆ ਜਾਣਾ ਬਹੁਤ ਜ਼ਰੂਰੀ ਸੀ। ਇਸ ਕਰਕੇ ਮੈਂ ਏਕੇ ਦੇ ਉੱਤੇ ਇੰਨਾ ਸਟਰੈਸ ਦਿੱਤਾ ਆ। ਹੁਣ ਅਗਲੀ ਗੱਲ ਆਉਂਦੀ ਆ, ਜਿਵੇਂ ਮੈਂ ਪਿਛਲੀ ਵਾਰੀ ਕਿਹਾ ਸੀ ਕਿ ਅੱਖਰ ਅਤੇ ਨੰਬਰ ਨੂੰ ਮਿਲਾ ਕੇ ਇੱਕ ਡਾਇਲੋਗ ਬਣਿਆ, ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ। ਕਦੀ ਵੀ ਇਸ ਤਰ੍ਹਾਂ ਨਹੀਂ ਹੁੰਦਾ। ਤੁਸੀਂ ਜਦੋਂ ਮੈਂ ਹੁਣ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਅਤੇ ਜੇ ਮੈਂ ਸਿਰਫ ਨੰਬਰ ਬੋਲੀ ਜਾਵਾਂ, ਤੁਹਾਨੂੰ ਮੇਰੀ ਗੱਲ ਸਮਝ ਨਹੀਂ ਆਉਣੀ। ਮੈਂ ਅੱਖਰ ਬੋਲ ਰਹੀ ਹਾਂ ਤੁਹਾਨੂੰ, ਕਿਉਂਕਿ ਉਹ ਸਾਡੀ ਭਾਸ਼ਾ ਹੈ। ਗੁਰੂ ਨਾਨਕ ਪਾਤਸ਼ਾਹ ਨੇ ਇੱਕ ਅੱਖਰ ਲਿਆ ਅਤੇ ਇੱਕ ਨਿਊਮਰਲ ਲਿਆ, ਇੱਕ ਐਲਫਾਬੈਟ ਔਰ ਇੱਕ ਨਿਊਮਰਲ, ਉਹਨਾਂ ਦੋਨਾਂ ਨੂੰ ਮਿਲਾ ਕੇ ਇੱਕ ਐਡਾ ਵੱਡਾ ਫਲਸਫਾ ਡਾਇਲੋਗ ਫੋਰਮ ਦੇ ਵਿੱਚ ਤੁਹਾਨੂੰ ਦੇ ਦਿੱਤਾ ਕਿ ਉਹਨੂੰ ਸਮਝਣ ਲਈ ਸਾਨੂੰ ਪਤਾ ਨਹੀਂ ਕਿੰਨੇ ਸਮੇਂ ਹੋਰ ਲੱਗ ਜਾਣਗੇ। ਯਕੀਨ ਮੰਨਿਆ ਜੇ ਜਿੰਨਾ ਮੈਂ ਇਹਦੇ ਵਿੱਚ ਅੱਗੇ ਇਨ ਡੈਪਥ ਦੇਖ ਰਹੀ ਹਾਂ ਨਾ, ਮੈਂ ਨਾਸਾ ਦੀ ਬਕਾਇਦਾ ਜਿਹੜੀ ਵੈਬਸਾਈਟ ਆ ਉਹਦੇ ਅੱਜ ਕੱਲ੍ਹ ਮੇਰਾ ਬਹੁਤਾ ਟਾਈਮ ਉੱਧਰ ਜਾ ਰਿਹਾ, ਉਹਦੇ 'ਤੇ ਜੋ ਵੀ ਉਹਨਾਂ ਦੇ ਡਾਕੂਮੈਂਟਸ ਆ ਮੈਂ ਉਹ ਜਦੋਂ ਸਟੱਡੀ ਕਰ ਰਹੀ ਹਾਂ, ਤਾਂ ਮੈਨੂੰ ਇਹ ਸਮਝ ਨਹੀਂ ਲੱਗਦੀ ਕਿ ਮੈਂ ਕਿਹੜੇ ਅੱਖਰ, ਉਹ ਮੇਰੇ ਅੱਖਰ ਮੁੱਕ ਜਾਂਦੇ ਆ ਜਿਨ੍ਹਾਂ ਵਿੱਚ ਮੈਂ ਗੁਰੂ ਨਾਨਕ ਪਾਤਸ਼ਾਹ ਦੀ ਤਾਰੀਫ ਕਰ ਸਕਾਂ ਕਿ ਉਹ ਵਾਕਈ ਹੀ ਨਾਰਾਇਣ ਕਲਾਧਾਰ ਆਏ ਹੋਣਗੇ। ਕਿਉਂਕਿ ਇਹ ਗੁੱਜੇ ਰਹੱਸ ਜਿਹੜੇ ਅੱਜ ਸਾਇੰਸ ਨਹੀਂ ਹਜੇ ਖੋਜ ਪਾ ਰਹੀ, ਔਰ ਸਾਇੰਸ ਮੰਨਦੀ ਆ ਕਿ ਨਹੀਂ ਖੋਜ ਪਾ ਰਹੀ, ਉਹ ਗੁਰੂ ਨਾਨਕ ਨੇ ਸਾਨੂੰ ਸਰਲ ਹੀ ਇੰਝ ਹੀ ਦੇ ਦਿੱਤੇ ਕਿ ਆ ਤੁਹਾਡੀ ਥਾਲੀ 'ਚ ਪਏ ਨੇ। ਜਦੋਂ ਹੁਣ ਪਰ ਗੁਰੂ ਨਾਨਕ ਪਾਤਸ਼ਾਹ ਦੀ ਗੱਲ ਨੂੰ ਸਮਝਣ ਲਈ ਬੇਸ਼ੱਕ ਏਕੇ ਨੂੰ ਸਮਝਣਾ ਅਤੇ ਓਂਕਾਰ ਨੂੰ ਸਮਝਣਾ ਜ਼ਰੂਰੀ ਆ, ਪਰ ਜਦੋਂ ਇਹਨਾਂ ਦੀ ਗੁਰੂ ਨਾਨਕ ਦੀ ਗੱਲ ਸਮਝਣੀ ਹੋਊਗੀ ਨਾ, ਅਤੇ ਤੁਹਾਨੂੰ ਇੱਕ
ਓਅੰਕਾਰ ਇਕੱਠਾ ਕਰਕੇ ਸਮਝਣਾ ਪਊਗਾ, ਡਾਇਲੋਗ ਫਾਰਮ 'ਚ ਸਮਝਣਾ ਪਊਗਾ। ਗੁਰੂ ਅਰਜਨ ਦੇਵ, ਆਪਾਂ ਹੁਣ ਇਹਦੇ ਅੱਗੇ ਚੱਲਦੇ ਹਾਂ ਅਤੇ ਦੇਖਦੇ ਹਾਂ ਕਿ ਓਅੰਕਾਰ ਨੂੰ ਆਪਾਂ ਕਿੱਦਾਂ ਸਮਝੀਏ। ਅਤੇ ਮੇਰੇ ਕੋਲ ਆਉਂਦੇ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਮੈਂ ਚਰਨਾਂ ਵਿੱਚ ਜਾਂਦੀ ਹਾਂ ਕਿ ਮਹਾਰਾਜ ਦੱਸਣ ਸਾਨੂੰ ਕਿ ਕੀ ਹੈ ਓਅੰਗ। ਗੁਰੂ ਅਰਜਨ ਦੇਵ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਬਿਰਾਜਮਾਨ ਹੋ ਕੇ ਸਾਨੂੰ ਸਮਝਾਉਂਦੇ ਨੇ, ਓਅੰਗ ਗੁਰਮੁਖ ਕੀਓ ਆਕਾਰਾ। ਓਅੰਗ, ਉਹ ਓਅੰਕਾਰ ਦੀ ਹਜੇ ਗੱਲ ਨਹੀਂ ਕਰ ਰਹੇ, ਸਿਰਫ ਓਅੰਗ ਦੀ ਗੱਲ ਕਰ ਰਹੇ। ਓਅੰਗ ਗੁਰਮੁਖ ਕੀਓ ਆਕਾਰਾ। ਓਅੰਗ the one universal creator created the creation through the word of ਪ੍ਰਿਮਲ ਗੁਰੂ। ਹੁਣ ਓਅੰਗ ਨੇ ਉਸ ਗੁਰੂ, ਹੁਣ ਇੱਥੇ ਸ਼ਬਦ ਗੁਰੂ ਸਮਝਣ ਦੇ ਵਿੱਚ ਤੁਹਾਨੂੰ ਆਸਾਨੀ ਹੋਊਗੀ। ਓਅੰਗ ਨੇ ਇਹ ਉਸ ਗੁਰੂ ਦੀ ਇਜਾਜ਼ਤ ਨਾਲ ਉਹਦੇ ਵਰਡ ਨੂੰ ਲੈ ਕੇ ਇਸ ਪੂਰਾ ਆਕਾਰ ਕੀਤਾ, ਓਅੰਕਾਰ ਹੋਇਆ। ਹੁਣ ਉਹ ਜਿਹੜਾ ਪ੍ਰਿਮਲ ਗੁਰੂ, ਉਹ ਇੱਕ ਯਾਨੀ ਕਿ ਜਿਹੜਾ ਪਹਿਲਾਂ ਏਕਾ ਸੀ, ਉਹਦੀ ਇਜਾਜ਼ਤ ਲੈ ਕੇ ਉਹਦੇ ਵਰਡ, ਹੁਣ ਉਹਦਾ ਵਰਡ ਕੀ ਆ? ਉਹਦਾ ਵਰਡ ਧੁਨ ਹੈ, ਉਹਦਾ ਵਰਡ ਸ਼ਬਦ ਹੈ, ਨਾਦ ਹੈ। ਜਿਹੜਾ ਅਨਹਦ ਨਾਦ ਦੀ ਗੱਲ ਆਪਾਂ ਕਰਦੇ ਹਾਂ ਉਹ ਹੈ। ਉਹਦੇ ਵਿੱਚੋਂ ਉਸ ਓਅੰਗ ਨੇ ਉਸ ਏਕੇ ਤੋਂ ਅੱਗੇ ਪੂਰਾ ਜਿਹੜਾ ਆਕਾਰ ਲਿਆ। ਅੱਗੇ ਉਹ ਕਹਿੰਦੇ ਨੇ ਏਕੇ ਸੂਤ ਪਰੋਵਣ ਹਾਰਾ। ਹੁਣ ਏਕੇ ਸੂਤ ਕੀ ਆ? ਪੂਰੀ ਯੂਨੀਵਰਸ, ਮੈਂ ਤੁਹਾਡੇ ਨਾਲ ਪਿਛਲੇ ਵਾਰੀ ਵੀ ਗੱਲ ਕੀਤੀ ਬੜੇ ਡੀਟੇਲ ਦੇ ਵਿੱਚ, ਇਸ ਵਾਰੀ ਮੈਂ ਸ਼ੁਰੂ ਦੇ ਵਿੱਚ ਕਿਹਾ ਕਿ ਪੂਰਾ ਯੂਨੀਵਰਸ, ਪੂਰਾ ਕਾਸਮਿਕ ਆਰਡਰ ਸਿਰਫ ਇੱਕ ਧੁਨ ਦੇ ਉੱਪਰ ਚੱਲ ਰਿਹਾ, ਏਕ ਸੂਤ ਪਰੋਵਣ ਹਾਰਾ। ਉਹ ਸੂਤ ਜਿਹੜਾ ਹੈ ਉਹ ਸਭ ਨੂੰ ਉਹ ਇੱਕੋ ਹੀ ਸੂਤੇ ਦੇ ਵਿੱਚ ਜਿਹੜਾ ਪਰੋਂਦਾ ਆ, ਉਹ ਓਅੰਗ ਨੇ ਉਸ ਏਕੇ ਦੀ ਮਦਦ ਦੇ ਨਾਲ ਉਹਦੇ ਵਰਡ ਨੂੰ ਲੈ ਕੇ ਪੂਰੀ ਦੁਨੀਆ ਦਾ ਪਸਾਰਾ ਕਰ ਦਿੱਤਾ। ਪਰ ਇਸ ਪੂਰੀ ਦੁਨੀਆ ਦਾ ਜਿਹੜਾ ਪਸਾਰਾ ਹੈ ਉਹਨੂੰ ਬੰਨਿਆ ਕਾਹਦੇ ਨਾਲ? ਉਸ ਇੱਕ ਧੁਨ ਦੇ ਨਾਲ। ਭਿੰਨ ਭਿੰਨ ਤ੍ਰੈ ਗੁਣ ਵਿਸਥਾਰੰ, ਨਿਰਗੁਣ ਤੇ ਸਰਗੁਣ ਦ੍ਰਿਸ਼ਟਾਰੰ। ਜਿਹੜੀ ਪਹਿਲੀ ਫੋਟੋ ਤੁਸੀਂ ਦੇਖੀ ਆ ਉਹਦੇ ਵਿੱਚ ਵੀ ਇੰਝ ਹੀ ਹੈ ਨਾ ਕਿ ਫਾਰਮਲੈਸ ਤੋਂ ਫਾਰਮ ਵੱਲ ਆਇਆ ਹੈ ਨਾ। ਜਦੋਂ ਫਾਰਮਲੈਸ ਤੋਂ ਫਾਰਮ ਹੋਇਆ ਯਾਨੀ ਕਿ ਉਹ ਪਸਾਰਾ ਹੋਇਆ, ਉਹ ਪੂਰਾ ਦਾ ਪੂਰਾ ਜਿਹੜਾ ਹੈ ਉਹ ਉਸ ਏਕੇ ਦੀ ਧੁਨ ਦੇ ਵਿੱਚੋਂ ਹੀ ਪਸਾਰਾ ਹੋਇਆ। ਇੱਕ ਧੁਨ ਦੇ ਵਿੱਚੋਂ ਸਾਰਾ ਕੁਝ ਪਸਰਿਆ ਔਰ ਉਹ ਸਾਰਾ ਕੁਝ ਜੁੜਿਆ ਵੀ ਉਸੇ ਇੱਕ ਧੁਨ ਦੇ ਨਾਲ ਹੀ ਰਿਹਾ। ਸਗਲ ਪਾਤ ਕਰੇ ਉਪਾਇਓ। ਖੈਰ, ਇਸ ਤੋਂ ਬਾਅਦ ਆਪਣੇ ਕੋਲ ਥੋੜ੍ਹਾ ਜਿਹਾ ਹੋਰ ਜਦੋਂ ਮੈਂ ਇਹਨੂੰ ਅੱਗੇ ਵਿਸਥਾਰ 'ਚ ਸਮਝਣ ਦੀ ਕੋਸ਼ਿਸ਼ ਕਰਦੀ, ਇਹ ਤਾਂ ਗੱਲ ਹੋ ਗਈ ਓਅੰਗ ਦੀ। ਓਅੰਗ ਦੀ ਗੱਲ ਦੇ ਵਿੱਚ ਬੜਾ ਕਲੀਅਰ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸਾਨੂੰ ਦੱਸ ਦਿੱਤਾ ਕਿ ਓਅੰਗ ਨੇ ਜਿਹੜਾ ਉਹ ਪ੍ਰਿਮਲ ਗੁਰੂ ਯਾਨੀ ਕਿ ਜਿਹੜਾ ਏਕਾ ਹੈ, ਉਸ ਇੱਕ ਧੁਨ ਦੀ, ਉਸ ਇੱਕ ਦੇ ਵਰਡ ਦੀ, ਉਹਦੀ ਆਵਾਜ਼ ਤੋਂ ਅੱਗੇ ਪੂਰਾ ਕੁਝ ਆਕਾਰ ਲਿਆ, ਓਅੰਕਾਰ ਹੋਇਆ। ਅੱਗੇ ਆਪਾਂ ਦੇਖੀਏ ਕਿ ਭਾਈ ਗੁਰਦਾਸ ਕੀ ਕਹਿੰਦੇ ਨੇ। ਉਹ ਕਹਿੰਦੇ ਨੇ ਓਅੰਕਾਰ ਆਕਾਰ ਕਰ ਏਕ ਕਵਾਓ ਪਸਾਓ ਪਸਾਰਾ। ਜੋ ਏਕ ਸੀ, ਜੋ ਇੱਕ ਕਵਾਉਂਦਾ ਸੀ, ਉਸ ਨੇ ਓਅੰਕਾਰ ਦੇ ਰੂਪ ਦੇ ਵਿੱਚ ਆਕਾਰ ਕਰਕੇ ਸਾਰਾ ਕੁਝ ਔਰ ਉਹਨੇ ਪਸਾਰਿਆ। ਉਹਨੇ ਆਪਣੇ ਆਪ ਨੂੰ ਐਕਸਟੈਂਡ ਕੀਤਾ, ਐਕਸਪੈਂਸ਼ਨ ਆਫ ਯੂਨੀਵਰਸ, ਜਿਹਨੂੰ ਸਾਇੰਸ ਇਹ ਵਰਡ ਯੂਜ਼ ਕਰਦੀ ਆ। ਤੁਸੀਂ ਨਾਸਾ ਦੀ ਜਿਹੜੀ ਓਫੀਸ਼ੀਅਲ ਵੈਬਸਾਈਟ ਆ, ਤੁਸੀਂ ਉੱਤੇ ਜਾਓਗੇ, ਉੱਥੇ ਵਰਡ ਬੜਾ ਕਾਮਨ ਯੂਜ਼ ਹੁੰਦਾ, ਐਕਸਪੈਂਸ਼ਨ ਆਫ ਯੂਨੀਵਰਸ, ਕ੍ਰੀਏਸ਼ਨ ਆਫ ਯੂਨੀਵਰਸ ਨਹੀਂ। ਇਹ ਨਹੀਂ ਹੈ ਕਿ ਇਹ ਇੱਕ ਦਿਨ ਆਹ ਕ੍ਰੀਏਟ ਹੋਇਆ, ਦੂਜੇ ਦਿਨ ਇਹ ਕ੍ਰੀਏਟ ਹੋਇਆ, ਕਿਸੇ ਦਾ ਕੋਈ ਵੀ ਬਿਲੀਵ ਹੋ ਸਕਦਾ। ਪਰ ਜੋ ਨਾਸਾ ਬੋਲਦਾ ਉਹ ਕਹਿੰਦਾ ਕਿ ਇਟ ਹੈਜ਼ ਐਕਸਪੈਂਡਡ, ਉਹਨੇ ਯੂਨੀਵਰਸ ਐਕਸਪੈਂਡ ਹੋਇਆ। ਉਹ ਜੋ ਗੱਲ ਇੱਥੇ ਕਹੀ ਜਾ ਰਹੀ ਹੈ। ਪੰਜ ਤੱਤ ਪ੍ਰਵਾਨ ਕਰ ਘਟ ਘਟ ਅੰਦਰ ਤ੍ਰਿਭਵਨ ਸਾਰਾ। ਪੰਜ ਤੱਤ ਪ੍ਰਵਾਨ ਕਰਕੇ ਪੰਜਾਂ ਤੱਤਾਂ ਦੇ ਵਿੱਚ ਸਾਰਾ ਤ੍ਰਿਭਵਨ, ਪੂਰਾ ਜਿਹੜਾ ਉਹ ਯੂਨੀਵਰਸ ਹੈ, ਉਸਨੇ ਕ੍ਰੀਏਟ ਕਰ ਦਿੱਤਾ ਓਅੰਕਾਰ ਦਾ ਹੀ ਪਸਾਰਾ ਹੋ ਗਿਆ ਨਾ ਅੱਗੇ। ਕਾਦਰ ਕਿਨੇ ਨਾ ਲਖਿਆ ਕੁਦਰਤ ਸਾਜ ਕੀ ਅਵਤਾਰਾ। ਕਿ ਕਾਦਰ ਨੂੰ ਤਾਂ ਕਿਸੇ ਨੇ ਨਹੀਂ ਦੇਖਿਆ, ਪਰ ਉਸਨੇ ਕੁਦਰਤ ਸਾਜ ਕੇ ਸਾਰਾ ਪਸਾਰਾ ਕਰ ਦਿੱਤਾ। ਇੱਥੇ ਇਹ ਗੱਲ ਬੜੀ, ਫਿਰ ਤੋਂ ਮੈਂ ਦੁਬਾਰਾ, ਇਹ ਸ਼ਾਇਦ ਮੈਂ ਗੱਲ ਇੱਕ ਦੋ ਵਾਰੀ ਫਿਰ ਬੋਲੂੰਗੀ, ਰੈਪੀਟੇਸ਼ਨ ਹੋ ਜਾਏ ਤਾਂ ਮੈਨੂੰ ਮਾਫ਼ ਕਰ ਦਿਓ, ਪਰ ਇੱਥੇ ਇਹ ਗੱਲ ਸਮਝਣ ਵਾਲੀ ਆ। ਕਾਦਰ ਕਿਨੇ ਨਾ ਲਖਿਆ ਕੁਦਰਤ ਸਾਜ ਕੀ ਅਵਤਾਰਾ। ਕਿ ਕਾਦਰ ਨੂੰ ਤਾਂ ਕਿਸੇ ਨੇ ਨਹੀਂ ਵੇਖਿਆ, ਪਰ ਉਸਨੇ ਕੁਦਰਤ ਸਾਜ ਕੇ ਅੱਗੇ ਜਿਹੜਾ ਹੈ ਉਹਨੇ ਵਰਤਾਰਾ ਕਰ ਲਿਆ। ਹੁਣ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਗੱਲ ਕੀਤੀ ਸੀਗੀ ਕਿ ਏਕੇ ਦਾ ਮਹੱਤਵ ਕੀ ਹੈ। ਇੱਕ ਦੇ ਵਿੱਚੋਂ ਤੁਸੀਂ ਤਿੰਨ ਤਾਂ ਕ੍ਰੀਏਟ ਕਰ ਸਕਦੇ ਆ। 1+1+1+1+1 5 ਹੋ ਗਿਆ, 1+1+1 3 ਹੋ ਗਿਆ, 1+1+1 7 ਵਾਰੀ ਕਰੋਗੇ 7 ਹੋ ਜਾਊਗਾ। ਸੋ ਉਸ ਏਕੇ ਦੇ ਵਿੱਚੋਂ ਤਾਂ ਸਾਰੇ ਨੰਬਰ ਸਿਸਟਮ ਜਿੱਦਾਂ ਬਣ ਜਾਂਦਾ ਹੈ, ਇਸੇ ਤਰੀਕੇ ਨਾਲ ਉਸ ਏਕੇ ਦੇ ਵਿੱਚੋਂ ਪੂਰਾ ਜਿਹੜਾ ਯੂਨੀਵਰਸ ਆ ਉਹ ਕ੍ਰੀਏਟ ਹੋ ਗਿਆ, ਜਿਹੜੀ ਕੁਦਰਤ ਆ ਉਹ ਕ੍ਰੀਏਟ ਹੋ ਗਈ। ਹੁਣ ਜਿਹੜਾ ਏਕਾ ਹੈ ਉਹ ਤਿੰਨ ਦੇ ਵਿੱਚ ਤਾਂ ਹੈ, ਪਰ ਜੇ ਤੁਸੀਂ ਇਹ ਕਹੋ ਕਿ ਤਿੰਨ ਹੀ ਏਕਾ ਹੈ ਤਾਂ ਉਹ ਗਲਤ ਹੋ ਜਾਊਗਾ।
ਇਸੇ ਕਰਕੇ ਜਿਹੜੇ ਅੱਜ ਆਪਣੇ ਕੋਲ ਇੱਕ ਦੁਵਿਧਾ ਜੀ ਬਣੀ ਹੋਈ ਆ ਨਾ ਕਿ ਕੁਦਰਤ ਹੀ ਜੀ ਪਰਮਾਤਮਾ ਹੈ। ਬੇਸਿਕਲੀ ਪਰਮਾਤਮਾ ਕੁਦਰਤ ਦੇ ਵਿੱਚ ਹੈ, ਬਲਿਹਾਰੀ ਕੁਦਰਤ ਵਸਿਆ, ਗੱਲ ਸਹੀ ਆ, ਬਿਲਕੁਲ ਸਹੀ ਹੈ, ਤੇਰਾ ਅੰਤ ਨਾ ਜਾਏ ਲਖਿਆ, ਪਰ ਉਹ ਕੁਦਰਤ ਹੀ ਕਾਦਰ ਹੈ, ਇਹ ਥੋੜ੍ਹਾ ਗੜਬੜ ਹੈ। ਇਹ ਇਸੇ ਲਈ ਏਕਾ ਸਮਝਣ ਦੀ ਜ਼ਰੂਰਤ ਹੈ ਕਿ ਏਕੇ ਤੋਂ ਤਿੰਨ ਤਾਂ ਬਣ ਗਏ ਪਰ ਤਿੰਨ ਹੀ ਏਕਾ ਹੈ, ਇਹ ਗਲਤ ਹੈ। ਕਾਦਰ ਨੇ ਕੁਦਰਤ ਨੂੰ ਬਣਾਇਆ, ਬਿਲਕੁਲ ਠੀਕ, ਕੁਦਰਤ ਜਿਹੜੀ ਹੈਗੀ ਉਹਦੇ ਵਿੱਚ ਕਾਦਰ ਵਸਿਆ ਹੋਇਆ, ਬਿਲਕੁਲ ਸੱਚ, ਏਕਾ ਤਿੰਨ ਦੇ ਵਿੱਚ ਵਸਿਆ ਹੋਇਆ ਨਾ, ਪਰ ਕੁਦਰਤ ਹੀ ਕਾਦਰ ਹੈ, ਇੱਥੇ ਆਪਾਂ ਮਾਰ ਖਾ ਜਾਂਦੇ ਹਾਂ। ਅੱਗੇ ਚੱਲੀਏ ਤਾਂ ਭਾਈ ਗੁਰਦਾਸ ਕਹਿੰਦੇ ਨੇ, ਇੱਕ ਦੋ ਕੁਦਰਤ ਲੱਖ ਕਰ, ਲੱਖ ਬੇਅੰਤ ਅਸੰਖ ਅਪਾਰਾ। ਇੱਕ ਦੋ ਕੁਦਰਤ, ਇੱਕ ਤੋਂ ਬਾਅਦ ਫਿਰ ਉਹਨੇ ਕਈ ਤਰ੍ਹਾਂ ਦੀਆਂ ਜਿਹੜੀ ਕਈ ਕੁਦਰਤ ਦੇ ਵੀ ਬੜੀਆਂ ਮਾਇਰਿਆਡ ਫਾਰਮਸ ਜਿਹੜੀਆਂ ਉਹਨੇ ਬਣਾ ਕੇ ਸਾਨੂੰ ਦੇ ਦਿੱਤੀਆਂ। ਰੋਮ ਰੋਮ ਵਿੱਚ, ਇਹ ਲਾਈਨ ਬੜੀ ਇੰਪੋਰਟੈਂਟ ਔਰ ਸਮਝਣ ਵਾਲੀ ਹੈ, ਰੋਮ ਰੋਮ ਵਿੱਚ ਰੱਖੀਅਨ ਕਰ ਬ੍ਰਹਿਮੰਡ ਕਰੋੜ ਸੁਮਾਰਾ। ਉਹਦੇ ਇੱਕ ਇੱਕ ਰੋਮ, ਹੁਣ ਰੋਮ ਮੈਨੂੰ ਤੁਹਾਨੂੰ ਦੱਸਣ ਦੀ ਮੈਨੂੰ ਲੱਗਦਾ ਨਹੀਂ ਜ਼ਰੂਰਤ ਆ, ਪਰ ਜਿਨ੍ਹਾਂ ਨੂੰ ਇੰਗਲਿਸ਼ ਹੀ ਆਉਂਦੀ ਹੈ ਜ਼ਿਆਦਾ, ਪੰਜਾਬੀ ਨਹੀਂ ਆਉਂਦੀ, ਅਤੇ ਰੋਮ ਕੀ ਹੁੰਦਾ ਆ, ਜਿੰਨੇ ਵੀ ਆਪਣੇ ਸਰੀਰ ਦੇ ਉੱਪਰ ਵਾਲ ਨੇ ਨਾ, ਅਤੇ ਉਹਨਾਂ ਦੇ ਉਹ ਜਿਹੜੇ ਵਾਲ ਜਿਸ ਸਕਿਨ ਸੈੱਲ ਦੇ ਵਿੱਚੋਂ ਨਿਕਲਦੇ ਆ ਉਹਨੂੰ ਰੋਮ ਕਹਿੰਦੇ ਆ। ਉਸ ਹਰ ਇੱਕ ਸਕਿਨ ਸੈੱਲ, ਉਹਦੇ ਇੱਕ ਇੱਕ ਰੋਮ ਦੇ ਵਿੱਚ ਕਈ ਬ੍ਰਹਿਮੰਡ ਹੈ, ਕਈ ਯੂਨੀਵਰਸ ਹੈ। ਔਰ ਇਹ ਗੱਲ ਅੱਜ ਜਿਹੜੀ ਹੈਗੀ ਆ ਉਹ ਯੂਨੀਵਰਸ ਪ੍ਰੂਵ ਕਰ ਰਹੀ ਹੈ। ਹਾਂ, ਯੂਨੀਵਰਸ ਹੁਣ ਇੱਕ ਨੂੰ ਸਾਇੰਸ ਪ੍ਰੂਵ ਕਰ ਰਹੀ ਹੈ। ਸਾਇੰਸ ਹੁਣ ਇੱਕ ਨੂੰ ਪ੍ਰੂਵ ਤਾਂ ਨਹੀਂ ਕਰ ਸਕਦੀ, ਕਿਉਂਕਿ ਨਾ ਤਾਂ ਉਹ ਦਿਖੇ, ਨਾ ਉਹਦਾ ਕੋਈ ਨਾਮ, ਨਾ ਉਹਦੇ ਬੱਚੇ, ਹੈ ਨਾ ਉਹਦਾ ਰੂਪ, ਨਾ ਰੇਖ, ਨਾ ਰੰਗ, ਕਿਛ ਤ੍ਰੈ ਗੁਣ ਤੇ ਪ੍ਰਭਿੰਨ। ਹੁਣ ਉਹ ਜਿਹੜਾ ਜਿਹਦਾ ਰੂਪ ਨਹੀਂ, ਰੰਗ ਨਹੀਂ, ਰੇਖ ਨਹੀਂ, ਉਹਨੂੰ ਸਾਇੰਸ ਕਿੱਦਾਂ ਪ੍ਰੂਵ ਕਰੂਗੀ? ਪਰ ਜਿਹੜੀ ਇਹ ਗੱਲ ਲਿਖੀ ਗਈ ਹੈ ਕਿ ਉਹਦੇ ਇੱਕ ਇੱਕ ਰੋਮ ਦੇ ਵਿੱਚ ਕਈ ਯੂਨੀਵਰਸ ਨੇ, ਇਹ ਇੰਪੋਰਟੈਂਟ ਆ। ਹੁਣ ਦੇਖੋ, ਜਦੋਂ ਏਕੇ ਦੇ ਵਿੱਚੋਂ ਮੈਂ ਤੁਹਾਨੂੰ ਕਿਹਾ ਕਿ ਉਹ ਇੱਕ ਧੁਨ ਦੇ ਵਿੱਚੋਂ ਕਈ ਧੁਨਾਂ ਨਿਕਲਦੀਆਂ ਨੇ, ਹੈ ਨਾ, ਉਹਨਾਂ ਕਈ ਧੁਨਾਂ ਦੇ ਵਿੱਚੋਂ ਹੁਣ ਜਿੰਨੀਆਂ ਵੀ ਧੁਨਾਂ ਹੈ, ਇੱਕ ਯੂਨੀਵਰਸ, ਉਹ ਸਾਰੀਆਂ ਉਹਦੇ ਰੋਮ 'ਚੋਂ ਹੀ ਨਿਕਲ ਰਹੀਆਂ ਨਾ, ਉਹਦੇ ਰੋਮਾਂ 'ਚੋਂ ਹੀ ਨਿਕਲ ਰਹੀਆਂ। ਉਹ ਸਾਰੀਆਂ ਜਦੋਂ ਨਿਕਲ ਕੇ ਫੈਲਦੀਆਂ ਨੇ ਤਾਂ ਉਹ ਕਈ ਯੂਨੀਵਰਸ ਬਣਾ ਦਿੰਦੀਆਂ। ਇਹਦਾ ਜਿਹੜਾ ਸਾਇੰਟੀਫਿਕ ਰੀਜ਼ਨ ਹੈਗਾ, ਸਾਇੰਟੀਫਿਕ ਜਿਹੜੀ ਗੱਲ ਆ ਉਹ ਇਸ ਤਰ੍ਹਾਂ, ਮੈਂ ਕੋਟ ਕਰ ਰਹੀ ਹਾਂ, ਆਇਥਨ ਸੈਗਲ ਨੇ ਅਕਤੂਬਰ 2018 ਦੇ ਵਿੱਚ ਫੋਰਬਸ ਵਿੱਚ ਇਹ ਗੱਲ ਛਪੀ ਸੀਗੀ, ਤੁਸੀਂ ਪੜ੍ਹ ਸਕਦੇ ਹਾਂ। ਉਹਨਾਂ ਲਿਖਿਆ ਹੈ ਕਿ ਜਸਟ ਹਾਊ ਮੈਨੀ ਗੈਲੈਕਸੀਜ਼ ਆਰ ਆਊਟ ਦੇਅਰ ਯੂਜ਼ ਟੂ ਬੀ ਅ ਮਿਸਟਰੀ ਵਿਦ ਐਸਟੀਮੇਟਸ ਰਾਈਜ਼ਿੰਗ ਫਰੋਮ ਥਾਊਜ਼ੈਂਡਸ ਟੂ ਮਿਲੀਅਨਸ ਟੂ ਬਿਲੀਅਨਸ। ਇਸ ਦੁਨੀਆ ਦੇ ਵਿੱਚ ਕਿੰਨੀਆਂ ਗੈਲੈਕਸੀਜ਼ ਨੇ ਸਾਨੂੰ ਨਹੀਂ ਪਤਾ, ਔਰ ਜਿਹੜੇ ਐਸਟੀਮੇਟਸ ਆ ਉਹ ਵੱਧਦੇ ਜਾਂਦੇ ਨੇ। ਆਲ ਐਸ ਟੈਲੀਸਕੋਪ ਟੈਕਨੋਲੋਜੀ ਇੰਪਰੂਵਡ, ਜਿਵੇਂ ਟੈਲੀਸਕੋਪ ਦੀ ਟੈਕਨੋਲੋਜੀ ਇੰਪਰੂਵ ਹੁੰਦੀ ਹੈ, ਸਾਡੇ ਰਹੱਸ ਖੁੱਲ੍ਹਦੇ ਨੇ। ਹੁਣ ਉਹ ਕਹਿੰਦਾ ਕਿ ਇਹ ਬੜੀ ਇੰਪੋਰਟੈਂਟ ਗੱਲ ਆ ਕਿ ਉਹ ਕਿਉਂ ਇਸ ਤਰ੍ਹਾਂ ਗੱਲ ਹੋ ਰਹੀ ਹੈ। ਦੇਖੋ, ਜਦੋਂ ਅਸੀਂ ਇਹ ਗੱਲ ਬੋਲਦੇ ਹਾਂ ਨਾ ਕਿ ਸਾਨੂੰ ਸਾਰਾ ਕੁਝ ਪਤਾ ਹੈ ਜੀ, ਇੱਥੇ ਗੱਲ ਸਾਨੂੰ ਖ਼ਤਮ ਕਰ ਦੇਣੀ ਚਾਹੀਦੀ ਆ, ਕਿਉਂਕਿ ਜਦੋਂ ਆਪਾਂ ਏਕੇ ਦੀ ਪਸਾਰੇ ਦੀ ਗੱਲ ਕਰਦੇ ਹਾਂ ਤਾਂ ਅਸੀਂ ਉਹਨੂੰ ਕੁਦਰਤ ਨੂੰ ਹੀ ਆਪਾਂ ਨਹੀਂ ਸਮਝ ਪਾਉਂਦੇ ਕਿ ਕੁਦਰਤ ਕੀ ਆ, ਸਾਡੇ ਪੱਲੇ ਉਹੀ ਨਹੀਂ ਪੈਂਦਾ। ਕਾਦਰ ਨੂੰ ਸਮਝਣਾ ਬਹੁਤ ਵੱਡੀ ਗੱਲ ਆ। ਇੱਕ ਹੋਰ ਜਗ੍ਹਾ ਦੇ ਉੱਤੇ ਲਿਖਿਆ ਹੋਇਆ ਕਿ 1999 ਦੀ ਸਟੱਡੀ ਦੇ ਅਕੋਰਡਿੰਗ 125 ਬਿਲੀਅਨ ਗਲੈਕਸੀ ਸੀਗੀਆਂ। ਜੇ ਤੁਹਾਨੂੰ ਕਿਸੇ ਨੂੰ ਗਲੈਕਸੀ ਦਾ, ਵੈਸੇ ਮੈਂ ਯਕੀਨ ਮੰਨਦੀ ਹਾਂ ਕਿ ਤੁਹਾਨੂੰ ਪਤਾ ਹੋਊਗਾ, ਪਰ ਅਗਰ ਮੈਂ ਤੁਹਾਨੂੰ ਦੱਸਣਾ ਹੋਵੇ ਤਾਂ ਆਪਣਾ ਜਿਹੜਾ ਜਿੱਥੇ ਆਪਾਂ 9 ਪਲੈਨਟਸ ਬੈਠੇ ਹੋਏ ਆ ਨਾ, ਜਿਹਦੇ ਵਿੱਚੋਂ ਇੱਕ ਅਰਥ ਇੱਕ ਪਲੈਨਟ ਹੈ ਨਾ, ਉਹਨਾਂ ਦੇ ਵਿੱਚੋਂ ਉਹ ਸਾਰੇ ਮਿਲਕੀ ਵੇ ਗਲੈਕਸੀ ਦੇ ਵਿੱਚ ਆ, ਉਹਦਾ ਨਾਮ ਮਿਲਕੀ ਵੇ ਗਲੈਕਸੀ ਹੈ। ਇੱਕ ਗਲੈਕਸੀ ਦੇ ਵਿੱਚ ਆਪਾਂ ਬੈਠੇ ਹੋਏ ਹਾਂ। ਤਾਂ ਉਹ ਕਹਿ ਰਹੇ ਆ ਕਿ 1999 ਦੀ ਸਟੱਡੀ ਦੇ ਅਕੋਰਡਿੰਗ 125 ਬਿਲੀਅਨ ਗਲੈਕਸੀਜ਼ ਗਿਣੀਆਂ ਗਈਆਂ ਸੀ। ਉਸ ਤੋਂ ਬਾਅਦ 2013 ਦੀ ਸਟੱਡੀ ਦੇ ਵਿੱਚ 225 ਬਿਲੀਅਨ ਗਲੈਕਸੀਜ਼ ਸਾਇੰਸ ਨੇ ਕਿਹਾ ਕਿ ਨਹੀਂ, ਉਹ ਜਿਹੜੀਆਂ ਪਹਿਲਾਂ ਗਿਣੀਆਂ ਸੀ ਉਹ ਘੱਟ ਗਿਣੀਆਂ ਗਈਆਂ ਸੀਗੀਆਂ, ਐਕਚੁਅਲੀ ਇੰਨੀਆਂ ਆ। 2016 ਦੇ ਵਿੱਚ ਜਿਹੜੀ ਹੁਣ ਰੀਸੈਂਟ ਸਟੱਡੀ ਆ ਉਹ ਕਹਿੰਦੇ ਆ ਕਿ ਦੇਅਰ ਆਰ ਐਟ ਲੀਸਟ 2 ਟ੍ਰਿਲੀਅਨ ਗਲੈਕਸੀਜ਼। ਹੁਣ ਆਪਾਂ ਆਪਣੀ ਔਕਾਤ ਵੇਖੀਏ ਤਾਂ ਫਿਰ ਉਸ ਤੋਂ ਬਾਅਦ ਆਪਾਂ ਉਸ ਰੱਬ ਦੇ ਉੱਤੇ ਕਿੰਤੂ ਕਰਨਾ, ਉਸ ਏਕੇ ਦੇ ਉੱਤੇ ਕਿੰਤੂ ਕਰਨ ਬਾਰੇ ਸੋਚੀਏ ਕਿ 2 ਟ੍ਰਿਲੀਅਨ ਦੇ ਵਿੱਚੋਂ ਇੱਕ ਗਲੈਕਸੀ ਹੈ ਮਿਲਕੀ ਵੇ। ਉਹਦੇ ਵਿੱਚ ਜਿਹੜੇ ਪਲੈਨਟਸ ਨੇ ਉਹਨਾਂ ਵਿੱਚੋਂ ਇੱਕ ਪਲੈਨਟ ਹੈ ਅਰਥ, ਔਰ ਅਰਥ ਦੇ ਵਿੱਚ
ਪਤਾ ਨਹੀਂ ਕਿੰਨੇ ਕੁ ਦੇਸ਼ ਨੇ 200 ਤੋਂ ਉੱਪਰ ਦੇਸ਼ ਜਿਹੜੇ ਆ ਉਹ ਘੱਟਦੇ ਵੱਧਦੇ ਕਦੀ ਕੋਈ ਬਣ ਜਾਂਦਾ ਕੋਈ 200 ਤੋਂ ਉੱਪਰ ਜਿਹੜੇ ਦੇਸ਼ ਨੇ ਉਹਨਾਂ ਵਿੱਚੋਂ ਇੱਕ ਦੇਸ਼ ਹੈ ਤੁਹਾਡਾ ਔਰ ਇੱਕ ਗਲੀ ਹੈ ਤੁਹਾਡੀ ਔਰ ਉਸ ਗਲੀ ਦੇ ਵਿੱਚ ਇੱਕ ਘਰ ਹੈ ਤੁਹਾਡਾ ਔਰ ਉਹਦੇ ਵਿੱਚ ਵੀ 5 ਜੀ ਹੋਣਗੇ ਵਿੱਚੋਂ ਇੱਕ ਤੁਸੀਂ ਆ ਔਰ ਉਹ ਉਨੀ ਕੁ ਹੋਂਦ ਲੈ ਕੇ ਅਸੀਂ ਕੁਐਸਚਨ ਕਰਦੇ ਹਾਂ ਕਿ ਕਾਦਰ ਕੋਈ ਹੈ ਜਾਂ ਕਾਦਰ ਕੁਦਰਤ ਹੀ ਆ। ਅਸੀਂ ਇਹੋ ਜਿਹੇ ਸਵਾਲ ਕਰਦੇ ਹਾਂ। ਸਾਨੂੰ ਇਹਦੇ ਬਾਰੇ ਸਮਝਣ ਵਾਸਤੇ ਜਿਹਨੂੰ ਅਜੇ ਸਾਇੰਸ ਵੀ ਲੱਗੀ ਹੋਈ ਆ ਸਮਝਣ ਲਈ ਸਾਨੂੰ ਉਸ ਏਕੇ ਦੀ ਪਾਵਰ ਨੂੰ ਸਮਝਣਾ ਪਊਗਾ। ਉਸ ਤੋਂ ਅੱਗੇ ਆਈਏ ਤਾਂ ਹਾਂ ਜਿਹੜੀ ਇੰਪੋਰਟੈਂਟ ਗੱਲ ਆ ਉਹ ਇਹ ਆ ਕਿ ਇਹ ਜਿਹੜੀਆਂ ਤੁਸੀਂ ਅਗਰ ਨਾਸਾ ਦੀ ਵੈਬਸਾਈਟ 'ਤੇ ਆਪ ਜਾ ਕੇ ਖੋਜਣਾ ਚਾਹੋ ਤਾਂ ਐਡਵਿਨ ਹਬਲ ਸਭ ਤੋਂ ਪਹਿਲਾਂ ਉਸ ਤੋਂ ਪਹਿਲਾਂ ਇਹ ਮੰਨਦੇ ਹੁੰਦੇ ਸੀ ਕਿ ਸਾਇੰਸ ਜਿਹੜੀ ਆ ਉਹ ਮੰਨਦੀ ਸੀ ਕਿ ਦੁਨੀਆ ਦੇ ਵਿੱਚ ਸਿਰਫ ਇੱਕੋ ਹੀ ਗਲੈਕਸੀ ਆ ਹੈ ਨਾ। 1920 ਦੇ ਵਿੱਚ ਐਡਵਿਨ ਹਬਲ ਜੋ ਹੈ ਜਿਹਦੇ ਨਾਮ ਦੇ ਉੱਪਰ ਹਬਲ ਟੈਲੀਸਕੋਪ ਜਿਹੜਾ ਹਬਲ ਸਪੇਸ ਕ੍ਰਾਫਟ ਜਿਹੜਾ ਉਹ ਚੱਲਦਾ ਆ ਉੱਥੋਂ ਟੈਲੀਸਕੋਪ ਜਿਹੜਾ ਆ ਉਹ ਹਬਲ ਟੈਲੀਸਕੋਪ ਜਿਹੜਾ ਦੁਨੀਆ ਜਿਹੜੀ ਯੂਨੀਵਰਸ ਦੀਆਂ ਫੋਟੋਗ੍ਰਾਫਸ ਧਰਤੀ 'ਤੇ ਭੇਜਦਾ ਆ ਔਰ ਐਡਵਿਨ ਹਬਲ ਨੇ ਉਦੋਂ ਪ੍ਰੂਵ ਕੀਤਾ ਸੀਗਾ ਕਿ ਨਹੀਂ ਮਿਲਕੀ ਵੇ ਇਕੱਲੀ ਗਲੈਕਸੀ ਨਹੀਂ ਆ ਹੋਰ ਵੀ ਕਈ ਗਲੈਕਸੀਜ਼ ਹੈਗੀਆਂ। ਉਹਨੇ ਪਹਿਲੀ ਵਾਰੀ 1920 ਦੇ ਵਿੱਚ ਪ੍ਰੂਵ ਕੀਤਾ ਸੀ ਸਾਇੰਸ ਨੇ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੁਹਾਨੂੰ ਪਹਿਲਾਂ ਦੱਸ ਰਹੇ ਨੇ। ਹੁਣ ਫਿਰ ਉਹੀ ਗੱਲ ਆ ਜੂਗੀ ਮੈਂ ਦੁਬਾਰਾ ਉਹੀ ਗੱਲ ਕੋਟ ਕਰਦੀ ਹਾਂ ਰੋਮ ਰੋਮ ਵਿੱਚ ਰੱਖੀਆਂ ਕਰ ਵਰ ਭੰਡ ਕਰੋੜ ਆਕਾਰਾ। ਇਹ ਵੀ ਭਾਈ ਗੁਰਦਾਸ ਦੀ ਵਾਰ ਨੰਬਰ 6 ਹੈ। ਰੋਮ ਰੋਮ ਵਿੱਚ ਰੱਖੀਆਂ ਉਹ ਕਹਿੰਦੇ ਕਿ ਇੱਕ ਇੱਕ ਰੋਮ ਦੇ ਵਿੱਚ ਕਈ ਕਰੋੜਾਂ ਦੇ ਕਰੋੜ ਜਿਹੜੇ ਆ ਉਹਦੀ ਯੂਨੀਵਰਸ ਜਿਹੜੇ ਉਹਦੀ ਇੱਕ ਉਹਦੇ 'ਚ ਪਏ ਹੋਏ ਆ ਇੱਕ ਰੋਮ ਦੇ ਵਿੱਚ ਸਿਰਫ ਗਲੈਕਸੀ ਨਹੀਂ ਕਈ ਯੂਨੀਵਰਸ ਅਤੇ ਇੱਕ ਯੂਨੀਵਰਸ ਦੀਆਂ ਕਿੰਨੀਆਂ ਗਲੈਕਸੀਜ਼ ਇਹ ਲੱਭ ਰਹੇ ਨੇ ਸਾਇੰਸ ਵਾਲੇ। ਤਾਂ ਇੱਥੋਂ ਆਪਾਂ ਇਹ ਸਮਝ ਲਈਏ ਕਿ ਉਹ ਜਿਹੜਾ ਏਕਾ ਹੈ ਉਹਦਾ ਪਸਾਰਾ ਕਿੱਡਾ ਵਿਸ਼ਾਲ ਹੈ। ਹੁਣ ਜਿਹੜੀ ਇੱਥੇ ਮੈਂ ਗੱਲ ਕੀਤੀ ਸੀਗੀ ਬਹੁਤੀ ਸਾਇੰਸ ਵੱਲ ਮੈਂ ਨਾ ਜਾਂਦੇ ਹੋਏ ਗੱਲ ਆਪਣੀ ਇੱਥੇ ਰੱਖਾਂ ਜਿੱਥੇ ਮੈਂ ਡਾਇਲੋਗ ਦੀ ਗੱਲ ਕੀਤੀ ਸੀਗੀ ਕਿ ਤੁਹਾਨੂੰ ਇਹਨੂੰ ਡਾਇਲੋਗ ਰੂਪ ਦੇ ਵਿੱਚ ਹੀ ਸਮਝਣਾ ਪਊਗਾ। ਜਦੋਂ ਇਹ ਗੱਲ ਆਉਂਦੀ ਹੈ ਕਿ ਉਸਦੇ ਰੋਮ ਵਿੱਚ ਇੱਕ ਯੂਨੀਵਰਸ ਹੈ। ਹੁਣ ਇੱਥੇ ਇੱਕ ਗੱਲ ਸਮਝਿਓ ਕਿ ਜਿੰਨੀਆਂ ਯੂਨੀਵਰਸ ਕਿਉਂਕਿ ਨਾਸਾ ਸਿਰਫ ਇੱਕ ਯੂਨੀਵਰਸ 'ਤੇ ਕੰਮ ਕਰ ਰਹੀ ਆ ਜਿੰਨੇ ਵੀ ਯੂਨੀਵਰਸ ਨੇ ਜਦੋਂ ਆਪਾਂ ਉਹਨਾਂ ਯੂਨੀਵਰਸ ਦੀਆਂ ਓਨੀਆਂ ਹੀ ਧੁਨਾਂ ਹੋਣਗੀਆਂ ਠੀਕ ਹੈ ਜੀ ਕਿਉਂਕਿ ਹਰ ਇੱਕ ਯੂਨੀਵਰਸ ਦੇ ਪਲੈਨਟਸ ਜਿਹੜੇ ਉਹਨਾਂ ਦੀ ਕਾਸਮਿਕ ਐਨਰਜੀ ਵੀ ਹੋਊਗੀ ਉਹ ਕਾਸਮਿਕ ਐਨਰਜੀ ਫਾਈਨਲੀ ਉਸੇ ਹੀ ਧੁਨ ਦੇ ਨਾਲ ਚੱਲਣੀ ਆ। ਹੁਣ ਉਹ ਸਾਰੀਆਂ ਜਦੋਂ ਆਪਾਂ ਇੱਕ ਓਂਕਾਰ ਦੀ ਗੱਲ ਕਰਦੇ ਹਾਂ ਤਾਂ ਇੱਥੋਂ ਆਪਾਂ ਗੱਲ ਸਮਝ ਲਈਏ ਕਿ ਗੁਰੂ ਮਹਾਰਾਜ ਨੇ ਤੁਹਾਨੂੰ ਇੱਕ ਫਲਸਫਾ ਦਿੱਤਾ ਇਸ ਪੂਰੇ ਬ੍ਰਹਿਮੰਡ ਦੇ ਇਸ ਪੂਰੇ ਆਪਣੇ ਕੋਲੋਂ ਸ਼ਾਇਦ ਟਰਮੀਨੋਲੋਜੀ ਵੀ ਨਹੀਂ ਹੈਗੀ ਉਹ ਵਰਡ ਵੀ ਨਹੀਂ ਹੈ ਤਾਂ ਸ਼ਾਇਦ ਜਦੋਂ ਗੁਰੂ ਮਹਾਰਾਜ ਜਿਹੜਾ ਉਹ ਇੱਕ ਬੋਲ ਦਿੰਦੇ ਆ ਹੈ ਨਾ ਕਿ ਇੱਕ ਕਿਉਂਕਿ ਉਹਦਾ ਟਰਮ ਕੋਈ ਨਹੀਂ ਦਿੱਤੀ ਜਾ ਸਕਦੀ ਉਹਦੇ ਰਹੱਸ ਨੂੰ ਸਮਝਣ ਲਈ ਸਾਨੂੰ ਉਹ ਇੱਕ ਬਹੁਤ ਵੱਡਾ ਮੂਲ ਮੰਤਰ ਦਿੰਦੇ ਆ ਇੱਕ ਓਅੰਕਾਰ। ਅਗਲੀ ਵਾਰੀ ਜਦੋਂ ਤੁਸੀਂ ਇੱਕ ਓਅੰਕਾਰ ਬੋਲਣ ਲੱਗੋ ਨਾ ਤਾਂ ਇਹ ਸੋਚ ਕੇ ਬੋਲਿਓ ਇਹ ਸਮਝ ਕੇ ਬੋਲਿਓ ਕਿ ਏਕਾ ਤੁਹਾਨੂੰ ਉਸ ਅਣਹਦ ਨਾਦ ਦੇ ਨਾਲ ਜੋੜਦਾ ਹੈ ਉਸ ਏਕੇ ਨਾਲ ਜੋੜਦਾ ਹੈ ਜਿਹਦੇ ਤੋਂ ਅੱਗੇ ਕਈ ਤਰ੍ਹਾਂ ਦੀਆਂ ਧੁਨੀਆਂ ਪੈਦਾ ਹੁੰਦੀਆਂ ਔਰ ਹਰ ਇੱਕ ਧੁਨੀ ਦੇ ਵਿੱਚੋਂ ਇੱਕ ਯੂਨੀਵਰਸ ਪੈਦਾ ਹੁੰਦਾ ਆ ਔਰ ਇੱਕ ਯੂਨੀਵਰਸ ਦੇ ਵਿੱਚ ਕਈ ਗਲੈਕਸੀਜ਼ ਆ। ਆਪਣੇ ਵਾਲੇ ਯੂਨੀਵਰਸ ਦੇ ਵਿੱਚ 2 ਟ੍ਰਿਲੀਅਨ ਗਲੈਕਸੀਜ਼ ਆ ਜੋ ਸਾਇੰਸ ਪ੍ਰੂਵ ਕਰ ਚੁੱਕੀ ਆ ਹੈ ਨਾ। ਅੱਗੇ ਮੈਂ ਸਿਰਫ ਭਾਈ ਗੁਰਦਾਸ ਜੀ ਤੋਂ ਕੋਲੋਂ ਹੀ ਕੁਛ ਕੋਟ ਕਰਕੇ ਅਤੇ ਫਿਰ ਆਪਾਂ ਇਸ ਗੱਲ ਨੂੰ ਖ਼ਤਮ ਕਰਾਂਗੇ। ਉਹ ਕਹਿੰਦੇ ਏਕ ਕਵਾਓ ਪਸਾਓ ਕਰ ਓਂਕਾਰ ਸੁਣਾਇਆ ਏਕ ਕਵਾਓ ਪਸਾਓ ਕਰ ਓਂਕਾਰ ਸੁਣਾਇਆ ਕਿ ਉਸ ਇੱਕ ਜੋ ਇੱਕ ਕਹਾਉਂਦਾ ਉਸਨੇ ਪਸਾਰ ਕਰਕੇ ਓਂਕਾਰ ਸੁਣਾਇਆ ਕਿਉਂਕਿ ਓੰਗ ਨੇ ਹੀ ਤਾਂ ਉਸ ਇੱਕ ਦੀ ਜਿਹੜੀ ਧੁਨੀ ਆ ਉਸ ਇੱਕ ਦੀ ਆਵਾਜ਼ ਨੂੰ ਆਪਣੇ ਅੰਦਰ ਸਮਾ ਕੇ ਆਕਾਰ ਬਣਾਇਆ ਨਾ। ਓਅੰਕਾਰ ਆਕਾਰ ਲੱਖ ਬ੍ਰਹਿਮੰਡ ਬਣਾਇਆ। ਹੁਣ ਜਦੋਂ ਓਅੰਕਾਰ ਨੇ ਫਿਰ ਅੱਗੇ ਆਕਾਰ ਲਿਆ ਤਾਂ ਉਹਨੇ ਲੱਖ ਬ੍ਰਹਿਮੰਡ ਬਣਾ ਲਏ। 5 ਤੱਤ ਉਤਪਤ ਲੱਖ ਤ੍ਰੈ ਲੋਆ ਲੋ ਸੁਹਾਇਆ ਕਿ 5 ਤੱਤ ਫਿਰ ਉਸਨੇ ਉਤਪਤ ਕੀਤੇ ਓਅੰਕਾਰ ਨੇ ਔਰ ਉਹਦੇ ਵਿੱਚੋਂ ਜਿਹੜੇ ਹੈ ਉਹ 3 ਜਿਹੜੇ ਲੋਕ ਹੈ 3 ਵਰਲਡਸ ਉਹ ਪੈਦਾ ਹੋਈਆਂ। 3 ਵਰਲਡ ਸਾਰਿਆਂ ਨੂੰ ਪਤਾ ਆ ਇੱਕ ਹੈਵਨ ਜਿਹਨੂੰ ਆਪਾਂ ਬੋਲਦੇ ਹਾਂ ਇੱਕ ਧਰਤੀ ਔਰ ਇੱਕ ਐਟਮੋਸਫੇਅਰ। ਜਲ ਥਲ ਗਿਰ ਤਰਵਰ ਸਫਲ ਦਰਿਆਵ ਚਲਾਇਆ। ਹੁਣ ਜਲ ਥਲ ਵਾਟਰ ਅਰਥ ਮਾਊਂਟੇਨ ਟਰੀਜ਼ ਔਰ ਉਹ ਜਿੰਨੀਆਂ ਵੀ ਸਾਰੀਆਂ ਰਿਵਰਸ ਉਹ ਸਾਰੀਆਂ ਉਹਨੇ ਚਲਾਈਆਂ। ਲੱਖ ਦਰਿਆਓ ਸਮਾਓ ਕਰ ਤਿਲ ਤੁਲ ਨਾ ਤੁਲਾਇਆ ਔਰ ਉਹਨਾਂ ਲੱਖਾਂ ਦਰਿਆਵਾਂ ਨੂੰ ਉਹ ਜਿਹੜੀਆਂ ਰਿਵਰਸ ਨੇ ਉਹਨਾਂ ਨੂੰ ਸਮਾਉਣ ਲਈ ਓਸ਼ੀਅਨਸ ਬਣਾਏ
है ना। और क्योंकि किन्नियां ही ਜਿਹੜੀਆਂ ਰਿਵਰਸ ਆ ਉਹ ਓਸ਼ਨਸ ਦੇ ਵਿੱਚ ਜਾ ਮਿਲਦੀਆਂ ਆ। ਕੁਦਰਤ ਏਕ ਅਤੁੱਲ ਵੀ ਲੇਖਾ ਨਾ ਲਿਖਿਆ। ਕੁਦਰਤ ਏਕ ਅਤੁੱਲ ਵੀ ਉਸ ਜਿਹੜੀ ਕੁਦਰਤ ਦਾ ਜੋ ਕਿ ਇਨਫਿਨਾਈਟ ਆ, ਕੁਦਰਤ ਆਪਣੇ ਆਪ ਵਿੱਚ ਹੀ ਇਨਫਿਨਾਈਟ ਆ, ਉਹਦਾ ਲੇਖਾ ਨਹੀਂ ਲਿਖਿਆ ਜਾ ਸਕਦਾ। ਕੁਦਰਤ ਕੀਮ ਨਾ ਜਾਣੀਏ ਕਾਦਰ ਕਿਨ ਪਾਇਆ। ਹੁਣ ਇਸ ਗੱਲ ਦੇ ਨਾਲ ਮੈਂ ਸਮਾਪਤੀ ਕਰੂੰਗੀ ਕਿ ਕੁਦਰਤ ਕੀਮ ਨਾ ਜਾਣੀਏ, ਕੁਦਰਤ ਦੀ ਹੀ ਜਿਹੜੀ ਹੋਂਦ ਹੈ, ਜੋ ਹਸਤੀ ਹੈ, ਉਹੀ ਨਹੀਂ ਆਪਾਂ ਸਮਝ ਪਾਉਂਦੇ। ਕਿਉਂਕਿ ਧਰਤੀ ਦੇ ਉੱਤੇ ਹੀ ਕਈ ਐਸੇ ਜੀਵ ਆ ਜੋ ਹਰ ਸਾਲ ਸਾਇੰਸ ਕਹਿੰਦੀ ਆ ਕਿ ਆਹ ਜੀਵ ਪਹਿਲੀ ਵਾਰੀ ਦੇਖਣ ਨੂੰ ਮਿਲਿਆ। ਕੁਦਰਤ ਦਾ ਅੰਤ ਹੀ ਬੰਦਾ ਨਹੀਂ ਪਾ ਸਕਦਾ, ਅਤੇ ਉਸ ਕਾਦਰ ਦਾ ਅੰਤ ਪਾਉਣ ਦੀ ਆਪਾਂ ਭੁਲੇਖਾ ਵੀ ਕਿੱਦਾਂ ਪਾ ਸਕਦੇ ਹਾਂ। ਸਾਨੂੰ ਇਹ ਲੱਗ ਵੀ ਕਿਵੇਂ ਸਕਦਾ ਕਿ ਉਸ ਕਾਦਰ ਦਾ ਵੀ ਕੋਈ ਅੰਤ ਹੈ ਔਰ ਅਸੀਂ ਉਹ ਅੰਤ ਪਾਲਾਂਗੇ। ਹੁਣ ਬਹੁਤੇ ਲੋਕ ਜਿਹੜੇ ਆ ਉਹ ਜਿਹੜੇ ਰੱਬ 'ਤੇ ਵਿਸ਼ਵਾਸ ਕਰਦੇ ਨਾ, ਰੱਬ ਇਜ਼ ਬੇਸਿਕਲੀ ਉਹ ਏਕਾ ਜਿਹਦੀ ਐਨਰਜੀ ਹੈ ਨਾ, ਜਿਹਦੀ ਐਨਰਜੀ ਤੋਂ ਹੀ ਇਹ ਸਾਰਾ ਜਿਹੜਾ ਪਸਾਰਾ ਪਸਰਿਆ ਹੋਇਆ। ਤੁਸੀਂ ਮੈਂ ਆਪਾਂ ਸਾਰੇ ਇੱਕ ਕੋਸਮਿਕ ਐਨਰਜੀ ਦੇ ਨਾਲ ਇੱਕ ਦੂਜੇ ਨਾਲ ਜੁੜੇ ਹੋਏ ਹਾਂ। ਜੋ ਮੈਨੂੰ ਸੁਣ ਰਹੇ ਆ ਜਾਂ ਕਿਸੇ ਤਰੀਕੇ ਨਾਲ ਇਹ ਤੁਹਾਨੂੰ ਜਾਂ ਮੈਨੂੰ ਲੱਗਦਾ ਹੋ ਸਕਦਾ ਹੈ ਪਹਿਲੀ ਵਾਰੀ ਦੇਖੀ ਆ ਆਪਾਂ ਐਨਰਜੀਜ਼ ਹਾਂ। ਔਰ ਇਹ ਸਾਇੰਸ ਦਾ ਹੀ ਇੱਕ ਰੂਲ ਆ, energy can neither be created nor destroyed, it can only be transformed from one form to another। ਤਾਂ ਮੈਂ ਔਰ ਤੁਸੀਂ ਹਮੇਸ਼ਾ ਤੋਂ ਹੀ ਇੱਥੇ ਸੀਗੇ ਕਿਸੇ ਨਾ ਕਿਸੇ ਐਨਰਜੀ ਦੀ ਫਾਰਮ ਦੇ ਵਿੱਚ, ਹੈ ਨਾ। ਆਪਾਂ ਇੱਕ ਦੂਸਰੇ ਦੀ ਸਿਰਫ ਇੰਨੀ ਕੁ ਗੱਲ ਸਮਝ ਲਈਏ ਕਿ ਜਦੋਂ ਕੋਈ ਕੁਛ ਵੀ ਬੋਲਦਾ ਹੈ, ਚਾਹੇ ਉਹ ਸਾਨੂੰ ਠੀਕ ਲੱਗੇ ਚਾਹੇ ਨਹੀਂ, ਆਪਾਂ ਸਹੀ ਔਰ ਗਲਤ ਦੋਵਾਂ ਦੀ ਰਿਸਪੈਕਟ ਕਰਨਾ ਸਿੱਖ ਲਈਏ, ਫਿਰ ਸਾਡੇ ਰਸਤੇ ਖੁੱਲ੍ਹਣਗੇ। ਸਿਰਫ ਇਹ ਸੋਚ ਲੈਣਾ ਕਿ ਨਹੀਂ ਜੋ ਇਹ ਬੋਲਿਆ ਤਾਂ ਗਲਤ ਆ, ਦੈਟ ਮੀਨਸ ਕਿ ਅਸੀਂ ਆਪਣੇ ਦਰਵਾਜ਼ੇ ਬੰਦ ਕੀਤੇ ਹੋਏ ਆ, ਅਸੀਂ ਸੁਣਨਾ ਹੀ ਨਹੀਂ ਚਾਹੁੰਦੇ। ਆਪਣੇ ਦੁਸ਼ਮਣ ਦੀ ਵੀ ਗੱਲ ਸੁਣੋ ਔਰ ਰਿਸਪੈਕਟਫੁਲੀ ਸੁਣੋ, ਫਿਰ ਉਸ ਇੱਕ ਓਂਕਾਰ ਤੱਕ ਜਿਹੜਾ ਹੈ ਆਪਾਂ ਪਹੁੰਚ ਸਕਦੇ ਹਾਂ, ਜਾਂ ਕਹਿ ਲਈਏ ਕਿ ਉਹਦਾ ਕੁਝ ਇੱਕ ਛਿਣ ਮਾਤਰ ਆਪਾਂ ਸਮਝ ਸਕਦੇ ਹਾਂ। ਇੱਕ ਓਂਕਾਰ, ਮੈਂ ਇਸ ਗੱਲ ਨਾਲ ਗੱਲ ਖਤਮ ਕਰੂੰਗੀ। ਜਦੋਂ ਅਗਲੀ ਵਾਰੀ ਤੁਸੀਂ ਹੁਣ ਇੱਕ ਓਂਕਾਰ ਆਪਣੇ ਅੱਖਾਂ ਬੰਦ ਕਰਕੇ ਦੇਖੋ ਜਾਂ ਬੋਲੋ, ਤਾਂ ਇਹ ਸੋਚਿਓ ਕਿ ਉਸ ਇੱਕ ਧੁਨ ਨੇ ਅੱਗੇ ਪਸਾਰਾ ਪਸਾਰਿਆ, ਉਸ ਪਸਾਰੇ ਤੋਂ ਕਈ ਯੂਨੀਵਰਸ ਬਣੇ ਔਰ ਕਈ ਯੂਨੀਵਰਸਾਂ ਤੋਂ ਫਿਰ ਅੱਗੇ ਇੱਕ ਯੂਨੀਵਰਸ ਤੁਹਾਡਾ ਆ, ਔਰ ਉਹਦੇ ਵਿੱਚ ਵੀ ਅੱਗੇ ਕਈ ਤਰ੍ਹਾਂ ਦੀ ਕੁਦਰਤ ਜਿਹੜੀ ਆ ਉਸ ਏਕੇ ਨੇ ਬਣਾ ਕੇ ਤੁਹਾਨੂੰ ਦਿੱਤੀ ਆ ਮਾਨਣ ਲਈ। ਸੋ ਇੰਨੀ ਗੱਲ ਕਹਿੰਦੇ ਹੋਏ ਮੈਂ ਆਪਣੀ ਬਾਣੀ ਨੂੰ ਵਿਸ਼ਰਾਮ ਦਿੰਦੀ ਹਾਂ। ਅਗਲੀ ਵਾਰੀ ਅਰਦਾਸ ਦੀ ਹੀ ਉਸੇ ਲਾਈਨ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਆਪਾਂ ਅੱਗੇ ਗੱਲ ਕਰਾਂਗੇ। ਮੈਂ ਪਿਛਲੀ ਵਾਰੀ ਵੀ ਜਿਹੜਾ ਐਪੀਸੋਡ ਕੀਤਾ ਥੋੜ੍ਹਾ ਟੈਕਨੀਕਲ ਸੀਗਾ, ਇਹ ਵਾਲਾ ਵੀ ਐਪੀਸੋਡ ਸ਼ਾਇਦ ਥੋੜ੍ਹਾ ਟੈਕਨੀਕਲ ਆ। ਜੇ ਤੁਹਾਨੂੰ ਕਿਸੇ ਨੂੰ ਵੀ ਇਹ ਲੱਗੇ ਕਿ ਸਾਨੂੰ ਥੋੜ੍ਹਾ ਹੋਰ ਇਹਦੇ ਉੱਤੇ ਐਕਸਪਲੇਨੇਸ਼ਨ ਚਾਹੀਦੀ ਆ ਜਾਂ ਕੁਛ ਗੱਲਾਂ ਕਲੀਅਰ ਨਹੀਂ ਹੋਈਆਂ ਸੀ ਪਿਛਲੇ ਐਪੀਸੋਡ ਜਾਂ ਇਸ ਐਪੀਸੋਡ ਦੀਆਂ, ਤਾਂ ਮੈਂ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੀ ਹਾਂ ਕਿ ਸਾਨੂੰ ਲਿਖ ਕੇ ਜ਼ਰੂਰ ਭੇਜੋ। ਗੱਲ ਅਧੂਰੀ ਨਹੀਂ ਰਹਿਣੀ ਚਾਹੀਦੀ, ਗੱਲ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਸਿਰੇ ਲੱਗਣੀ ਚਾਹੀਦੀ ਆ। ਇੰਨੀ ਗੱਲ ਕਹਿੰਦੇ ਹੋਏ ਆਪ ਸਭ ਤੋਂ ਖਿਮਾ ਦੀ ਯਾਚਨਾ ਕਰਦੀ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।